ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਆਪ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਹੀ ਵੀਰ ਭੈਣਾਂ ਮਿਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 27 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਆਨੰਦ ਵਾਲਾ ਜੀਵਨ ਬਿਤਾਣਾ ਹਰ ਮਨੁੱਖ ਦਾ ਹੱਕ ਵੀ ਹੈ ਔਰ ਹਰ ਮਨੁੱਖ ਦਾ ਫਰਜ਼ ਵੀ ਹੈ, ਤੇ ਕਰੀਬ ਕਰੀਬ ਦੁਨੀਆ ਦਾ ਹਰ ਇਨਸਾਨ ਆਨੰਦਮਈ ਜ਼ਿੰਦਗੀ ਜੀਣ ਵਾਸਤੇ ਯਤਨ ਵੀ ਕਰਦਾ ਹੈ, ਪਰ ਕਈ ਵਾਰ ਉਹਦੇ ਯਤਨ ਜਿਹੜੇ ਨੇ ਉਹ ਠੀਕ ਨਾ ਹੋਣ ਕਰਕੇ ਉਸ ਦਾ ਰਿਜ਼ਲਟ ਠੀਕ ਨਹੀਂ ਨਿਕਲ ਪਾਉਂਦਾ। ਜਿਵੇਂ ਇਸ ਪਹਿਲਾਂ ਮੈਂ ਵਿਚਾਰ ਕੀਤੀ ਸੀ ਕਿ ਆਪਣੇ ਡੈਸਟੀਨੇਸ਼ਨ ਤੇ ਪਹੁੰਚਣ ਲਈ ਡਾਇਰੈਕਸ਼ਨ ਦਾ ਠੀਕ ਹੋਣਾ ਅਤਿਅੰਤ ਜ਼ਰੂਰੀ ਹੈ। ਤਾਂ ਸਾਡੀ ਜ਼ਿੰਦਗੀ ਦੇ ਅੰਦਰ ਆਨੰਦ ਕਿਵੇਂ ਪੈਦਾ ਹੋਏ, ਆਨੰਦਮਈ ਜ਼ਿੰਦਗੀ ਅਸੀਂ ਕਿਵੇਂ ਜੀ ਸਕਦੇ ਹਾਂ, ਗੁਰਦੇਵ ਪਾਤਸ਼ਾਹ ਨੇ ਇਸ ਪਾਵਨ ਬਾਣੀ ਰਾਹੀਂ ਸਾਨੂੰ ਐਸੀ ਜੀਵਨ ਦੀ ਜੁਗਤ ਬਖਸ਼ਿਸ਼ ਕੀਤੀ ਹੈ ਕਿ ਹਰ ਇਨਸਾਨ ਹਰ ਹਾਲਾਤ ਦੇ ਅੰਦਰ ਹਰ ਸਮੇਂ ਖੁਸ਼ੀ ਵਾਲੀ ਜ਼ਿੰਦਗੀ, ਆਨੰਦ ਵਾਲੀ ਜ਼ਿੰਦਗੀ ਜੀ ਸਕੇ। ਕੱਲ ਅਸਾਂ ਵਿਚਾਰ ਕੀਤੀ ਸੀ, ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ, ਕਿ ਜੋ ਸਿਮਰਤੀਆਂ ਸ਼ਾਸਤਰ ਧਰਮ ਗ੍ਰੰਥ ਪੜ੍ਹਨ ਵਾਲੇ ਲੋਕ ਨੇ ਉਹ ਕੇਵਲ ਇਹਨਾਂ ਗ੍ਰੰਥਾਂ ਵਿੱਚ ਲਿਖੇ ਹੋਏ ਪੁੰਨ ਔਰ ਪਾਪ ਦੀ ਵਿਚਾਰ ਕਰਦੇ ਰਹਿੰਦੇ ਨੇ, ਤੇ ਜਦੋਂ ਤੱਕ ਬੰਦਾ ਪੁੰਨ ਪਾਪ ਦੀ ਵਿਚਾਰ ਵਿੱਚ ਹੀ ਪਿਆ ਹੈ, ਅਸਲੀਅਤ ਨੂੰ ਨਹੀਂ ਜਾਣਦਾ, ਤਾਂ ਅਸਲੀਅਤ ਨੂੰ ਜਾਣਨ ਤੋਂ ਬਿਨਾਂ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਨਹੀਂ ਹੋ ਸਕਦੀ। ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਸੀ ਕਿ ਤਤ ਅਸਲੀਅਤ ਜ਼ਿੰਦਗੀ ਦੀ ਉਹ ਜਾਣ ਸਕੇਗਾ ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਆਪਣੇ ਜੀਵਨ ਨੂੰ, ਸੰਸਾਰ ਨੂੰ, ਆਪਣੇ ਵਿਚਾਰਾਂ ਨੂੰ, ਕਰਮਾਂ ਨੂੰ ਸਮਝਣ ਦਾ ਯਤਨ ਕਰੇਗਾ। ਉਹ ਇਨਸਾਨ ਆਨੰਦਮਈ ਜ਼ਿੰਦਗੀ ਜੀ ਸਕਦਾ ਹੈ। ਆਓ ਅਗਲੀ ਵਿਚਾਰ ਦੇ ਨਾਲ ਜੁੜੀਏ। 28ਵੀਂ ਪੌੜੀ ਵਿੱਚ ਗੁਰਦੇਵ ਬਖਸ਼ਿਸ਼ ਕਰਦੇ ਨੇ, ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉਂ ਮਨਹੁ ਵਿਸਾਰੀਏ। ਇਹਨੂੰ ਪ੍ਰਿਤਪਾਲ ਨਹੀਂ ਪੜਨਾ, ਤੱਤੇ ਨਾਲ ਸਿਹਾਰੀ ਹੈ ਪ੍ਰਤਿਪਾਲ। ਸਿਹਾਰੀ ਦੀ ਥੋੜੀ ਜਿਹੀ ਆਵਾਜ਼ ਆਏਗੀ ਔਰ ਪੱਪੇ ਦੇ ਪੈਰ ਥੱਲੇ ਡਾਰਾ ਬੁਲਾਵਾਂਗੇ, ਪ੍ਰਤਿਪਾਲ। ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉਂ ਮਨਹੁ ਵਿਸਾਰੀਏ। ਉਦਰ ਦਾ ਮਤਲਬ ਪੇਟ, ਮਾਂ ਦੇ ਗਰਭ ਵਿੱਚ ਜੋ ਸਾਡੀ ਪਾਲਣਾ ਕਰਦਾ ਹੈ ਉਸ ਨੂੰ ਜਿਉਂਦੇ ਜੀ ਇਸ ਸੰਸਾਰ ਵਿੱਚ ਆ ਕੇ ਮਨ ਵਿੱਚੋਂ ਕਿਉਂ ਵਿਸਾਰੀਏ, ਕਿਉਂ ਭੁਲਾਈਏ। ਯਾਨੀ ਸਾਨੂੰ ਨਹੀਂ ਭੁਲਾਉਣਾ ਚਾਹੀਦਾ ਜੋ ਸਾਨੂੰ ਮਾਂ ਦੇ ਗਰਭ ਦੇ ਅੰਦਰ ਸਾਡੀ ਪ੍ਰਤਪਾਲਨਾ ਕਰਦਾ ਹੈ, ਉਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਮਨੋ ਕਿਉਂ ਵਿਸਾਰੀਏ ਏਵਡ ਦਾਤਾ, ਮਨੋ ਕਿਉਂ ਵਿਸਾਰੀਏ ਏਵਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਆਹਾਰ ਦਾ ਮਤਲਬ ਖੁਰਾਕ। ਏਡਾ ਵੱਡਾ ਦਾਤਾ, ਉਹਨੂੰ ਆਪਣੇ ਮਨ ਚੋਂ ਕਿਉਂ ਭੁਲਾਈਏ, ਜਿਹੜਾ ਅਗਨ ਦੇ ਅੰਦਰ ਵੀ ਖੁਰਾਕ ਪਹੁੰਚਾਉਂਦਾ ਹੈ, ਜੀਵਨ ਬਖਸ਼ਦਾ ਹੈ। ਹੁਣ ਹਰ ਇਨਸਾਨ ਦੇ ਅੰਦਰ ਅਗਨ ਹੈ, ਜਿਸ ਨੂੰ ਅਸੀਂ ਜਠਰ ਅਗਨ ਕਹਿ ਦਿੰਦੇ ਹਾਂ, ਜਿਸ ਰਾਹੀਂ ਸਾਡਾ ਭੋਜਨ ਵਗੈਰਾ ਪਚਦਾ ਹੈ। ਜੇ ਮਨੁੱਖ ਦੇ ਅੰਦਰ ਅਗਨ ਨਾ ਹੋਵੇ, ਨਿੱਘ ਨਾ ਹੋਵੇ, ਤਾਂ ਬੰਦਾ ਜੀ ਨਹੀਂ ਸਕੇਗਾ। ਵਿਸ਼ੇਸ਼ ਟੈਂਪਰੇਚਰ ਸਾਡੇ ਸਰੀਰ ਦਾ ਚਾਹੀਦਾ ਹੈ। ਜੇ ਉਸ ਟੈਂਪਰੇਚਰ ਤੋਂ ਵੱਧ ਟੈਂਪਰੇਚਰ ਹੋ ਜਾਂਦਾ ਹੈ ਤਾਂ ਵੀ ਬੰਦਾ ਬਿਮਾਰ ਮੰਨਿਆ ਜਾਂਦਾ ਹੈ, ਜੇ ਟੈਂਪਰੇਚਰ ਘਟ ਜਾਏ ਤਾਂ ਵੀ ਬੰਦਾ ਬਿਮਾਰ ਮੰਨਿਆ ਜਾਂਦਾ। ਜੇ ਟੈਂਪਰੇਚਰ ਕਿਸੇ ਦਾ ਘਟ ਰਹੇ ਤਾਂ ਉਸ ਦੀ ਖੁਰਾਕ ਹਜਮ ਨਹੀਂ ਹੋਵੇਗੀ, ਉਹਨੂੰ ਕੋਈ ਨਾ ਕੋਈ ਰੋਗ ਬਿਮਾਰੀ ਲੱਗ ਜਾਏਗੀ। ਜੇ ਟੈਂਪਰੇਚਰ ਜ਼ਿਆਦਾ ਹੈ ਤੇ ਉਹਨੂੰ ਅਸੀਂ ਬੁਖਾਰ ਕਹਿ ਹੀ ਦਿੰਦੇ ਹਾਂ। ਤਾਂ ਵਿਸ਼ੇਸ਼ ਟੈਂਪਰੇਚਰ ਰਾਹੀਂ ਸਾਡੇ ਸਰੀਰ ਦੇ ਅੰਦਰ ਖਾਧੇ ਹੋਏ ਭੋਜਨ ਤੋਂ ਖੁਰਾਕ ਬਣਦੀ ਹੈ। ਇੱਕ ਨਿਯਮਾਵਲੀ ਹੈ ਕੁਦਰਤ ਦੀ, ਉਸ ਨਿਯਮ ਦੇ ਅੰਦਰ ਹਰ ਇਸਤਰੀ ਪੁਰਸ਼ ਦਾ, ਜੀਵ ਜੰਤ ਦਾ ਸਰੀਰ ਕੰਮ ਕਰਦਾ ਹੈ, ਤੇ ਉਸ ਨੇਮ ਦੇ ਅੰਦਰ ਹੀ ਮਨੁੱਖ ਨੂੰ ਜੋ ਹੈ ਖੁਰਾਕ ਮੁਹੱਈਆ ਹੁੰਦੀ ਹੈ, ਉਹਨੂੰ ਜੀਵਨ ਮਿਲਦਾ ਹੈ। ਮਾਂ ਦੇ ਗਰਭ ਦੇ ਅੰਦਰ ਵੀ ਉਸ ਨੂੰ ਜੀਵਨ ਮਿਲ ਰਿਹਾ ਹੈ। ਬਿਨਾਂ ਸ਼ੱਕ ਤੋਂ
ਜੋ ਅਸੀਂ ਖਾਂਦੇ ਹਾਂ ਅੰਦਰ ਦੀ ਉਸ ਅਗਨ ਨਿੱਘ ਦੇ ਨਾਲ ਉਹ ਚੀਜ਼ ਗਲ ਜਾਂਦੀ ਹੈ, ਉਹ ਪਚ ਜਾਂਦੀ ਹੈ। ਪਰ ਜਦੋਂ ਬੱਚੇ ਦਾ ਮੁੱਢ ਵੱਜਦਾ ਹੈ ਮਾਂ ਦੇ ਗਰਭ ਅੰਦਰ, ਭੰਡ ਨਿੰਮੀਏ ਭੰਡ ਜੰਮੀਏ, ਤਾਂ ਮਾਸੂਮੀਅਤ ਜਾਂ ਬਿਲਕੁਲ ਕੋਮਲ, ਪਰ ਉਹ ਕੋਮਲ ਬੱਚਾ ਵੀ ਉਹਦਾ ਜਿਹੜਾ ਮੁੱਢ ਵੱਜਦਾ ਹੈ ਉਹ ਵੀ ਅੰਦਰ ਗਲਦਾ ਨਹੀਂ, ਉਹ ਵਿਕਸਿਤ ਹੁੰਦਾ ਹੈ। ਉਹੀ ਸੇਕ, ਉਹੀ ਅਗਨ, ਉਹੀ ਟੈਂਪਰੇਚਰ ਉਹਦੇ ਵਿਕਾਸ ਦਾ ਕਾਰਨ ਬਣਦਾ ਹੈ। ਉਹਨੂੰ ਉੱਥੇ ਜੀਵਨ ਮਿਲ ਰਿਹਾ ਹੈ। ਅਸੀਂ ਦੇਖਦੇ ਹਾਂ ਸੰਸਾਰ ਦੇ ਅੰਦਰ ਕਿੰਨੇ ਜੀਵ ਜੰਤ ਨੇ, ਉਹਨਾਂ ਦੇ ਹਰ ਇੱਕ ਦੇ ਜੀਵਨ ਦਾ, ਪਲਰਨ ਦਾ, ਫੁੱਲਣ ਦਾ, ਵਧਣ ਦਾ, ਜਨਮ ਦਾ ਅਲੱਗ-ਅਲੱਗ ਸਿਸਟਮ ਹੈ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ। ਹੁਣ ਕਛੂ ਕੁੰਮੀ ਅੰਡਾ ਬਾਹਰ ਦਿੰਦੀ ਹੈ, ਉੱਤੇ ਮਿੱਟੀ ਪਾ ਦਿੰਦੀ ਅੰਡਿਆਂ ਤੇ, ਆਪ ਉਹ ਪਾਣੀ ਵਿੱਚ ਚਲੀ ਜਾਂਦੀ ਹੈ, ਤੇ ਉਸ ਦੇ ਅੰਦਰੋਂ ਬੱਚੇ ਪਲਣ ਦਾ ਸਿਸਟਮ ਹੀ ਉਹ ਹੈ। ਉਸ ਸਿਸਟਮ ਦੇ ਅੰਦਰ ਬੱਚੇ ਪਲ ਰਹੇ ਨੇ। ਹੋਰ ਪਸ਼ੂ ਪੰਛੀ ਨੇ, ਹਰ ਇੱਕ ਦਾ ਅਲੱਗ-ਅਲੱਗ ਟਾਈਮ ਜਾਂ ਅਲੱਗ-ਅਲੱਗ ਸਿਸਟਮ ਹੈ, ਉਸ ਸਿਸਟਮ ਦੇ ਅੰਦਰ ਪਾਲਣਾ ਹੋ ਰਹੀ ਹੈ। ਪੱਥਰ ਦੇ ਅੰਦਰ ਕੀੜਾ ਹੈ ਤਾਂ ਉਹ ਪੱਥਰ ਦੇ ਅੰਦਰ ਉਹਦੇ ਪਲਣ ਦਾ ਸਿਸਟਮ ਕੁਦਰਤ ਨੇ ਬਣਾਇਆ ਹੋਇਆ ਹੈ। ਪਾਖਣ ਕੀਟ ਗੁਪਤ ਹੋਈ ਰਹਿਤਾ ਤਾਚੋ ਮਾਰਗ ਨਹੀਂ। ਅਗਨ ਦੇ ਅੰਦਰ ਜੀਵ ਮਿਲਦੇ ਨੇ। ਪਿੱਛੇ ਇੱਕ ਵਾਰ ਅਖਬਾਰ ਦੇ ਵਿੱਚ ਪੜ੍ਹਿਆ ਸੀ ਕਿ ਜੋ ਲਾਵਾ ਨਿਕਲਦਾ ਨਾ ਧਰਤੀ ਚੋਂ, ਜਦੋਂ ਜਵਾਲਾਮੁਖੀ ਫਟਦਾ ਹੈ, ਉਸ ਜਵਾਲਾਮੁਖੀ ਦੇ ਅੰਦਰ ਵੀ ਸਾਇੰਸਦਾਨਾਂ ਨੂੰ ਇੱਕ ਬੈਕਟੀਰੀਆ ਮਿਲਿਆ ਹੈ ਜੋ ਕਿੰਨੇ ਸਾਰੇ ਟੈਂਪਰੇਚਰ ਦੇ ਉੱਤੇ ਵੀ ਜੀਵਤ ਹੈ। ਉਹਦੇ ਜੀਣ ਦਾ ਸਿਸਟਮ ਉੱਥੇ ਕੁਦਰਤ ਨੇ ਉਸ ਢੰਗ ਦੇ ਨਾਲ ਬਣਾਇਆ ਹੈ। ਤਾਂ ਹਰ ਜੀਵ ਦਾ ਨਿਯਮ ਹੈ, ਨਿਯਮਾਵਲੀ ਹੈ, ਜਿਸ ਨੂੰ ਗੁਰਬਾਣੀ ਵਿੱਚ ਹੁਕਮ ਆਖਿਆ ਹੈ। ਹੁਕਮੀ ਹੋਵਨ ਜੀ ਹੁਕਮ ਨਾ ਕਹਿਆ ਜਾਈ। ਹੁਕਮ ਦਾ ਮਤਲਬ ਸਿਸਟਮ, ਨਿਯਮਾਵਲੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਪ੍ਰਭੂ ਦੀ ਬਣਾਈ ਨਿਯਮਾਵਲੀ ਹੈ, ਉਸ ਪ੍ਰਭੂ ਦੇ ਬਣਾਏ ਹੋਏ ਕੁਦਰਤ ਦੇ ਨਿਯਮ ਨੇ। ਉਹ ਅੱਗ ਦੇ ਅੰਦਰ ਵੀ ਆਹਾਰ ਪਹੁੰਚਾ ਰਿਹਾ ਹੈ, ਤਾਂ ਉਹਨੂੰ ਕਿਉਂ ਵਿਸਾਰਿਆ ਜਾਏ, ਉਹਨੂੰ ਕਿਉਂ ਭੁਲਾਇਆ ਜਾਏ? ਭਾਵ ਉਹਨੂੰ ਕਦੇ ਵੀ ਭੁਲਾਣਾ ਨਹੀਂ ਚਾਹੀਦਾ। ਹੁਣ ਇਹ ਚੀਜ਼ ਰੱਖਣ ਵਾਲੀ, ਯਾਦ ਰੱਖਣ ਵਾਲੀ ਹੈ ਕਿ ਉਹਨੂੰ ਯਾਦ ਰੱਖਣਾ ਕੀ ਹੈ। ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਕਿ ਜੀਵਨ, ਜਨਮ, ਮੌਤ, ਸੰਚਾਲਨ ਸਾਰਾ ਕੁਝ ਇੱਕ ਸਿਸਟਮ ਦੇ ਅੰਦਰ ਹੈ, ਇੱਕ ਹੁਕਮ ਦੇ ਅੰਦਰ ਹੈ। ਉਹ ਹੁਕਮ ਨੂੰ ਭੁਲਾਣਾ ਨਹੀਂ ਚਾਹੀਦਾ। ਜ਼ਿੰਦਗੀ ਜੀਣ ਲੱਗਿਆਂ ਉਸ ਦਾਤੇ ਦੀਆਂ ਦਾਤਾਂ ਨੂੰ, ਉਹਦੇ ਗੁਣਾਂ ਨੂੰ, ਉਹਦੇ ਸਿਸਟਮ ਨੂੰ ਜ਼ਿੰਦਗੀ ਵਿੱਚ ਯਾਦ ਰੱਖਣਾ। ਇਹ ਜ਼ਿੰਦਗੀ ਦੇ ਅੰਦਰ ਖੁਸ਼ੀ ਦਾ ਕਾਰਨ ਬਣੇਗਾ। ਜੇ ਹੁਕਮ ਨੂੰ ਭੁਲਾਵਾਂਗੇ, ਹੁਕਮ ਨੂੰ ਵਿਸਾਰਾਂਗੇ, ਸਿਸਟਮ ਨੂੰ ਵਿਸਾਰਾਂਗੇ, ਕੁਦਰਤ ਦੇ ਨੇਮਾਂ ਨੂੰ ਤੋੜਾਂਗੇ, ਤਾਂ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ ਰਹੇਗੀ। ਕਿਉਂਕਿ ਮਾਂ ਦੇ ਗਰਭ ਵਿੱਚ ਨੇਮ ਨੇ ਨਾ, ਉਹਨਾਂ ਨੇਮਾਂ ਦੇ ਅੰਦਰ ਬੱਚਾ ਪਲ ਰਿਹਾ ਹੈ, ਬੱਚਾ ਵੱਧ ਰਿਹਾ ਹੈ, ਫੁੱਲ ਰਿਹਾ ਹੈ, ਉਹਨੂੰ ਜੀਵਨ ਮਿਲ ਰਿਹਾ ਹੈ। ਇਸ ਕਰਕੇ ਜ਼ਿੰਦਗੀ ਦੇ ਅੰਦਰ ਜਨਮ ਮਿਲਣ ਤੋਂ ਬਾਅਦ ਵੀ ਸਾਨੂੰ ਉਹਨਾਂ ਨੇਮਾਂ ਨੂੰ ਫੋਲੋ ਕਰਨਾ ਚਾਹੀਦਾ ਹੈ, ਹੁਕਮ ਰਜ਼ਾਈ ਚੱਲਣਾ ਚਾਹੀਦਾ ਹੈ, ਤਾਂ ਸਾਡੇ ਜੀਵਨ ਦੇ ਅੰਦਰ ਖੁਸ਼ੀ ਹੋਏਗੀ। ਹੁਣ ਗੁਰਦੇਵ ਪਾਤਸ਼ਾਹ ਅਗਲਾ ਬਚਨ ਕਰਦੇ ਨੇ, ਮਨਹੁ ਕਿਉਂ ਵਿਸਾਰੀਐ ਏਵਡ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਜੋ ਅੱਗ ਦੇ ਅੰਦਰ ਵੀ ਆਹਾਰ ਪਹੁੰਚਾਉਂਦਾ ਹੈ, ਜੀਵਨ ਦਾਤ ਬਖਸ਼ਿਸ਼ ਕਰਦਾ ਹੈ, ਉਹਨੂੰ ਵਿਸਾਰਨਾ ਨਹੀਂ ਚਾਹੀਦਾ, ਉਹਨੂੰ ਭੁਲਾਣਾ ਨਹੀਂ ਚਾਹੀਦਾ। ਉਹ ਇਸ ਸੰਸਾਰ ਅੰਦਰ ਵੀ ਤੁਹਾਨੂੰ ਜ਼ਿੰਦਗੀ ਦੇਵੇਗਾ। ਉਹਨੇ ਇਸ ਦੁਨੀਆ ਦੇ ਅੰਦਰ ਵੀ ਆਹਾਰ ਵਾਸਤੇ ਬਹੁਤ ਕੁਝ ਪੈਦਾ ਕੀਤਾ ਹੈ। ਬੱਚੇ ਦੇ ਜਨਮ ਤੋਂ ਪਹਿਲਾਂ ਉਹਦਾ ਆਹਾਰ ਇੱਥੇ ਮਿਲਦਾ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। हे ਪ੍ਰਭੂ, ਐਸ ਕਾਇਨਾਤ ਦੇ ਅੰਦਰ ਤੂੰ ਰਿਜਕ ਪਹਿਲਾਂ ਪੈਦਾ ਕੀਤਾ ਹੈ, ਜੀਵ ਬਾਅਦ ਵਿੱਚ ਆਇਆ ਹੈ। ਹੁਣ ਕੋਈ ਜੀਵ ਜੰਤ ਐਸਾ ਪੈਦਾ ਹੀ ਨਹੀਂ ਹੋ ਸਕਦਾ ਕਿ ਜਿਹਦੇ ਜੀਣ ਦਾ ਸਿਸਟਮ ਦੁਨੀਆ ਵਿੱਚ ਨਾ ਹੋਵੇ ਤੇ ਉਹ ਜੀਵ ਪੈਦਾ ਹੋ ਜਾਏ। ਬਿਨਾਂ ਸਿਸਟਮ ਤੋਂ ਜਿੰਦਾ ਹੀ ਨਹੀਂ ਨਾ ਰਹੇਗਾ। ਮਨੁੱਖ ਵਾਸਤੇ, ਪਸ਼ੂ ਪੰਛੀਆਂ ਵਾਸਤੇ ਜਾਂ ਵਨਸਪਤੀ ਵਾਸਤੇ ਉਹ ਸਿਸਟਮ ਪਹਿਲਾਂ ਮੌਜੂਦ ਹੈ, ਤਾਂ ਹੀ ਜੀਵਨ ਹੋ ਰਿਹਾ ਹੈ, ਤਾਂ ਹੀ ਇਹ ਵਿਕਾਸ ਹੋ ਰਿਹਾ ਹੈ। ਇਸ ਲਈ ਇਹਨਾਂ ਨੇਮਾਂ ਨੂੰ ਯਾਦ ਰੱਖਣਾ ਹੈ। ਜੋ ਇਹਨਾਂ ਨੇਮਾਂ ਨੂੰ, ਨਿਯਮਾਵਲੀ ਨੂੰ, ਰੱਬੀ ਗੁਣਾਂ ਨੂੰ ਯਾਦ ਰੱਖ ਕੇ ਜ਼ਿੰਦਗੀ ਜੀਵੇਗਾ, ਉਹਦੇ ਜੀਵਨ ਵਿੱਚ ਆਨੰਦ ਪੈਦਾ ਹੋਏਗਾ। ਉਸ ਨੂੰ ਕਿਉ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਲਿਵ ਦਾ ਮਤਲਬ ਲਗਨ, ਪਿਆਰ।
ਜਿਹਨੂੰ ਪ੍ਰਭੂ ਆਪਣੀ ਲਿਵ ਲਾ ਦਿੰਦਾ ਹੈ, ਪਿਆਰ ਪੈਦਾ ਕਰ ਦਿੰਦਾ ਹੈ, ਜਿਸ ਦੇ ਅੰਦਰ ਰੱਬ ਦੇ ਗੁਣਾਂ ਦੀ ਔਰ ਰੱਬੀ ਨਿਯਮ ਦੇ ਅੰਦਰ, ਹੁਕਮ ਦੇ ਅੰਦਰ ਚੱਲਣ ਦੀ ਲਗਨ ਪੈਦਾ ਹੋ ਜਾਂਦੀ ਹੈ ਨਾ, ਉਹਨੂੰ ਕੋਈ ਅਗਨ, ਕੋਈ ਵਿਕਾਰ, ਕੋਈ ਦੁੱਖ ਹੋ ਨਹੀਂ ਸਕਦਾ। ਉਹਦੇ ਉੱਤੇ ਕੋਈ ਵਿਕਾਰ ਆਪਣਾ ਪ੍ਰਭਾਵ ਪਾ ਨਹੀਂ ਸਕਦਾ, ਜੇ ਬੰਦੇ ਨੂੰ ਲਿਵ ਲੱਗ ਜਾਏ। ਲਿਵ ਦਾ ਮਤਲਬ ਸਮਾਧੀ ਨਹੀਂ ਹੈ, ਕਿਉਂਕਿ ਇਹਨਾਂ ਸਮਾਧੀਆਂ ਦਾ ਖੰਡਨ ਸ਼ੁਰੂ ਵਿੱਚ ਹੀ ਕਰ ਦਿੱਤਾ ਹੈ, ਚੁੱਪੈ ਚੁੱਪ ਨਾ ਹੋਵੇ। ਲਿਵ ਦਾ ਮਤਲਬ ਹੈ ਲਗਨ, ਲਿਵ ਦਾ ਮਤਲਬ ਹੈ ਪ੍ਰੇਮ। ਇਹਦੇ ਬਾਰੇ ਅਸੀਂ ਪਿੱਛੇ ਵਿਚਾਰ ਵੀ ਆਏ ਹਾਂ 6ਵੀਂ 7ਵੀਂ ਪੌੜੀ ਦੇ ਅੰਦਰ। ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਝੋਂ, ਕਿਆ ਕਰੇ ਵਿਚਾਰਿਆ। ਜ਼ਿੰਦਗੀ ਦੇ ਅੰਦਰ ਕੋਈ ਸੱਚੀ ਲਗਨ ਚਾਹੀਦੀ ਹੈ, ਕੋਈ ਆਦਰਸ਼ ਚਾਹੀਦਾ ਹੈ, ਕੋਈ ਗੋਲ ਚਾਹੀਦਾ ਹੈ, ਔਰ ਉਸ ਗੋਲ ਦੀ ਪ੍ਰਾਪਤੀ ਵਾਸਤੇ ਲਗਨ ਚਾਹੀਦੀ ਹੈ। ਜੇ ਲਗਨ ਨਹੀਂ ਹੈ ਤਾਂ ਜ਼ਿੰਦਗੀ ਦੇ ਅੰਦਰ ਖੁਸ਼ੀ ਹਾਸਲ ਨਹੀਂ ਕਰ ਪਾਵਾਂਗੇ। ਇਸ ਲਈ ਸਾਡੀ ਲਗਨ ਚਾਹੀਦੀ ਹੈ ਆਨੰਦਮਈ ਜ਼ਿੰਦਗੀ ਜੀਣ ਲਈ। ਲਗਨ ਚਾਹੀਦੀ ਹੈ ਖੁਸ਼ੀ ਵਾਸਤੇ, ਕਿ ਅਸੀਂ ਖੁਸ਼ ਰਹਿਣਾ ਹੈ, ਅਸੀਂ ਆਨੰਦ ਵਾਲਾ ਜੀਵਨ ਜੀਣਾ ਹੈ। ਤੇ ਹੁਣ ਆਨੰਦ ਵਾਲੇ ਜੀਵਨ ਵਾਸਤੇ ਜੇ ਲਗਨ ਹੋਏਗੀ ਤੇ ਆਨੰਦਮਈ ਜ਼ਿੰਦਗੀ ਜ਼ਰੂਰ ਜੀਵੀ ਜਾਏਗੀ। ਤੇ ਜੇ ਲਗਨ ਨਹੀਂ ਹੈ ਤਾਂ ਫਿਰ ਆਨੰਦ ਮਿਲੇਗਾ ਵੀ ਨਹੀਂ। ਹੁਣ ਅਸੀਂ ਕਹਾਂਗੇ ਕਿ ਅਸੀਂ ਤੇ ਸਾਰੇ ਖੁਸ਼ ਰਹਿਣਾ ਹੀ ਚਾਹੁੰਦੇ ਨੇ, ਹਰ ਬੰਦਾ ਖੁਸ਼ ਰਹਿਣਾ ਚਾਹੁੰਦਾ ਹੈ, ਪਰ ਖੁਸ਼ ਰਹਿਣ ਵਾਸਤੇ ਕਰਮ ਕਰਨੇ ਪੈਣਗੇ ਨਾ। ਦੇਖੋ, ਸਚਾਈ ਦੇ ਨਾਲ ਖੁਸ਼ੀ ਮਿਲਣੀ ਹੈ ਤਾਂ ਲਗਨ ਸੱਚ ਬੋਲਣ ਲਈ, ਸੱਚ ਸੁਣਨ ਲਈ ਹੋਣੀ ਚਾਹੀਦੀ ਹੈ। ਖੁਸ਼ੀ ਸਾਡੀ ਜ਼ਿੰਦਗੀ ਵਿੱਚ ਪ੍ਰੇਮ ਨਾਲ ਪੈਦਾ ਹੋਣੀ ਚਾਹੀਦੀ ਹੈ ਨਾ। ਇਸ ਕਰਕੇ ਪਿਆਰ ਵਾਲੀ ਜ਼ਿੰਦਗੀ ਹੋਣੀ ਚਾਹੀਦੀ ਹੈ, ਮਾਪਿਆਂ ਨਾਲ ਪਿਆਰ, ਬੱਚਿਆਂ ਨਾਲ ਪਿਆਰ, ਪਤੀ ਪਤਨੀ ਦਾ ਪਿਆਰ, ਕੁਦਰਤ ਨਾਲ ਪਿਆਰ। ਪਿਆਰ ਵਾਸਤੇ ਲਗਨ ਪੈਦਾ ਕਰੋ, ਈਰਖਾ ਵਾਸਤੇ ਨਹੀਂ। ਦਇਆ ਦੇ ਨਾਲ ਖੁਸ਼ੀ ਹੋਣੀ ਹੈ ਤਾਂ ਦਇਆ ਵਾਸਤੇ ਲਗਨ ਪੈਦਾ ਕਰਨੀ ਹੈ। ਨੇਮਾਂ ਦੇ ਅੰਦਰ ਚੱਲਿਆਂ ਖੁਸ਼ੀ ਪੈਦਾ ਹੋਣੀ ਹੈ, ਨੇਮਾਂ ਦੀ ਪਾਲਣਾ ਕਰਨੀ ਹੈ। ਫਰਜ਼ ਪੂਰੇ ਕਰਨ ਦੇ ਨਾਲ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਏਗਾ। ਇਸ ਲਈ ਸੱਚ ਨੂੰ ਆਧਾਰ ਬਣਾ ਕੇ ਫਰਜ਼ਾਂ ਨੂੰ ਪੂਰੇ ਕਰਨ ਦੀ ਟਰਾਈ ਕਰਨੀ ਹੈ। ਇਹਨੂੰ ਕਹਿੰਦੇ ਨੇ ਲਿਵ। ਜਿਹਨੂੰ ਆਪਣੀ ਲਿਵ ਲਾਂਦਾ ਹੈ, ਰੱਬ ਦੀ ਲਗਨ, ਰੱਬ ਦੇ ਗੁਣਾਂ ਦੀ ਲਗਨ। ਰੱਬ ਹੈ ਸਚਾਈ, ਰੱਬ ਹੈ ਨਿਰਭੈਤਾ, ਨਿਰਵੈਰਤਾ, ਇਹ ਸਾਰੇ ਰੱਬ ਦੇ ਗੁਣ ਨੇ। ਇਹਨਾਂ ਗੁਣਾਂ ਦੀ ਪ੍ਰਾਪਤੀ ਵਾਸਤੇ ਸਾਡੇ ਅੰਦਰ ਲਗਨ ਲੱਗ ਜਾਏ, ਲਿਵ ਲੱਗ ਜਾਏ, ਪਿਆਰ ਪੈਦਾ ਹੋ ਜਾਏ, ਤੇ ਫਿਰ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਇਹਨਾਂ ਗੁਣਾਂ ਵਾਸਤੇ ਲਗਨ ਪੈਦਾ ਹੋ ਜਾਏਗੀ, ਉਹ ਬੰਦਾ ਕਦੇ ਪਰੇਸ਼ਾਨ ਨਹੀਂ ਹੋਏਗਾ। ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਕਦੇ ਦੁੱਖ ਨਹੀਂ ਆਉਣਗੇ, ਦੁੱਖ ਉਹਨੂੰ ਪਾਉਣਗੇ ਨਹੀਂ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਹੁਣ ਆਪਣੀ ਲਿਵ ਜਿਹੜੀ ਹੈ ਉਹ ਪ੍ਰਭੂ ਪਰਮਾਤਮਾ ਆਪ ਹੀ ਲਾਂਦਾ ਹੈ, ਤੇ ਲਾਂਦਾ ਕਿਹਨਾਂ ਨੂੰ ਹੈ? ਗੁਰਮੁਖ ਸਦਾ ਸੰਭਾਲੀਏ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਣੀ ਪੈ ਕੇ। ਸੰਭਾਲੀਏ ਦਾ ਮਤਲਬ ਸੰਭਾਲਣਾ ਚਾਹੀਦਾ, ਇਹਨੂੰ ਸੰਭਾਲੀਏ ਨਹੀਂ ਪੜਨਾ, ਮੰਮੇ ਨੂੰ ਥੋੜਾ ਭਾਰਾ ਕਰਨਾ, ਸੰਭਾਲੀਏ। ਸੰਭਾਲੀਏ ਦਾ ਮਤਲਬ ਸੰਭਾਲਣਾ ਹੈ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਣੀ ਪੈ ਕੇ, ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ, ਆਪਣੇ ਮਨ ਦੀ ਮੱਤ ਛੱਡ ਕੇ, ਗੁਰੂ ਤੋਂ ਗਿਆਨ ਹਾਸਲ ਕਰਕੇ, ਗੁਰ ਗਿਆਨ ਮੁਤਾਬਕ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਸੰਭਾਲਣਾ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ, ਸਾਡੀ ਚਾਂਦੀ ਹੈ, ਸੋਨਾ ਹੈ, ਬੈਂਕ ਕਾਰਡ ਹੈ, ਜਾਂ ਹੋਰ ਸਾਡੇ ਕਾਰ ਆਦਿਕ ਦੀਆਂ ਚਾਬੀਆਂ ਨੇ, ਜਾਂ ਸਾਡੇ ਪਾਸਪੋਰਟ ਵਗੈਰਾ ਨੇ, ਜੋ ਵੀ ਜ਼ਰੂਰੀ ਚੀਜ਼ਾਂ ਨੇ, ਉਹਨਾਂ ਨੂੰ ਅਸੀਂ ਕਿੰਨਾ ਸੰਭਾਲ ਕੇ ਰੱਖਦੇ ਹਾਂ। ਕੋਈ ਵੀ ਬੰਦਾ ਆਪਣੇ ਹੀ ਘਰ ਦੇ ਵਿੱਚ ਪਾਸਪੋਰਟ ਬਾਹਰ ਨਹੀਂ ਰੱਖਦਾ, ਬੜਾ ਸੰਭਾਲ ਕੇ ਰੱਖਦਾ, ਕਿਉਂਕਿ ਸੰਭਾਲਣ ਵਾਲੀ ਚੀਜ਼ ਹੈ। ਕਾਰ ਦੀ ਚਾਬੀ ਅਸੀਂ ਜਿੱਥੇ ਮਰਜ਼ੀ ਨਹੀਂ ਨਾ ਸੁੱਟਦੇ, ਬੈਂਕ ਕਾਰਡ ਜਿੱਥੇ ਮਰਜ਼ੀ ਨਹੀਂ ਨਾ ਸੁੱਟ ਦਿੰਦੇ। ਇਹਨਾਂ ਚੀਜ਼ਾਂ ਨੂੰ ਅਸੀਂ ਸੰਭਾਲਦੇ ਹਾਂ। ਇਹਦਾ ਮਤਲਬ ਸਾਨੂੰ ਕੋਈ ਵੀ ਚੀਜ਼ ਸੰਭਾਲਣ ਬਾਰੇ ਤਾਂ ਪਤਾ ਹੈ, ਇਹ ਨਹੀਂ ਕਿ ਸਾਨੂੰ ਪਤਾ ਨਹੀਂ, ਪਤਾ ਹੈ। ਗੁਰੂ ਜੀ ਕਹਿੰਦੇ ਨੇ, ਜਿਵੇਂ ਇਹਨਾਂ ਚੀਜ਼ਾਂ ਨੂੰ ਸੰਭਾਲਦੇ ਹੋ, ਆਪਣੇ ਫਰਜ਼ ਪੂਰੇ ਕਰਦੇ ਹੋ, ਜਿਹੜਾ ਇਹਨਾਂ ਚੀਜ਼ਾਂ ਨੂੰ ਸੰਭਾਲਦਾ ਹੈ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ। ਜੋ ਚੀਜ਼ਾਂ ਨੂੰ ਨਹੀਂ ਸੰਭਾਲਦੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਸੱਚ ਨੂੰ, ਦਇਆ ਨੂੰ, ਸੇਵਾ ਨੂੰ, ਪ੍ਰੇਮ ਨੂੰ, ਨਿਮਰਤਾ ਨੂੰ, ਇਨਸਾਨੀਅਤ ਨੂੰ ਵੀ ਆਪਣੇ ਅੰਦਰ ਸੰਭਾਲੋ।
ਇਹਨਾਂ ਗੁਣਾਂ ਨੂੰ ਗਵਾਓ ਨਾ। ਹੁਣ ਦੇਖੋ ਅਸੀਂ ਪ੍ਰੇਮ ਗਵਾ ਬੈਠੇ ਆ ਨਾ, ਜੇ ਬੰਦੇ ਕੋਲੋਂ ਪ੍ਰੇਮ ਨਾ ਗਵਾਚਿਆ ਹੁੰਦਾ, ਇਹਨੇ ਆਪਣੀ ਮੈਂਟੈਲਿਟੀ ਮਾਨਸਿਕਤਾ ਦੇ ਅੰਦਰ ਪ੍ਰੇਮ ਨੂੰ ਸੰਭਾਲਿਆ ਹੁੰਦਾ, ਤਾਂ ਫਿਰ ਘਰ ਵਿੱਚ ਕਦੇ ਲੜਾਈ ਨਹੀਂ ਸੀ ਹੋਣੀ, ਘਰ ਵਿੱਚ ਕਦੇ ਕਲੇਸ਼ ਨਹੀਂ ਸੀ ਪੈਣਾ, ਗੁਆਂਢੀਆਂ ਨਾਲ ਅਣਬਣ ਨਹੀਂ ਸੀ ਹੋਣੀ। ਜੇ ਬੰਦੇ ਨੇ ਸੱਚਾਈ ਨੂੰ ਆਪਣੇ ਦਿਮਾਗ ਵਿੱਚ ਸੰਭਾਲਿਆ ਹੁੰਦਾ ਤਾਂ ਚੋਰੀਆਂ ਨਹੀਂ ਸੀ ਹੋਣੀਆਂ, ਕਿਉਂਕਿ ਸੱਚਾ ਬੰਦਾ ਚੋਰੀ ਥੋੜਾ ਕਰੇਗਾ। ਫਿਰ ਰਿਸ਼ਵਤਖੋਰੀ ਨਹੀਂ ਸੀ ਹੋਣੀ, 2 ਨੰਬਰ ਦੇ ਧੰਦੇ ਨਹੀਂ ਸਨ ਨਾ ਹੋਣੇ, ਮਿਲਾਵਟ ਨਹੀਂ ਸੀ ਹੋਣੀ, ਕਿਉਂਕਿ ਜਿਹੜਾ ਸੱਚ ਨੂੰ ਜਿਸ ਨੇ ਅੰਦਰ ਸੰਭਾਲਿਆ ਹੈ ਉਹ ਡੁਪਲੀਕੇਟ ਚੀਜ਼ਾਂ ਨਹੀਂ ਵੇਚੇਗਾ, ਡੁਪਲੀਕੇਟ ਦਵਾਈਆਂ ਨਹੀਂ ਵੇਚੇਗਾ, ਉਹ ਮਿਲਾਵਟ ਨਹੀਂ ਕਰੇਗਾ, ਉਹ ਧੋਖਾ ਨਹੀਂ ਕਰੇਗਾ। ਜਿਸ ਨੇ ਸੱਚ ਨੂੰ ਆਪਣੀ ਮਾਨਸਿਕਤਾ ਵਿੱਚ ਸੰਭਾਲਿਆ ਹੋਵੇਗਾ ਉਹ ਆਪਣੇ ਭੈਣਾਂ ਭਰਾਵਾਂ ਦੇ ਹੱਕ ਨਹੀਂ ਖਾਏਗਾ। ਜਿਨੇ ਸੱਚ ਨੂੰ ਹਿਰਦੇ ਵਿੱਚ ਸੰਭਾਲਿਆ ਹੋਵੇਗਾ ਉਹ ਜਾਤਾਂ ਪਾਤਾਂ ਦੇ ਵਿਤਕਰਿਆਂ ਵਿੱਚ ਨਹੀਂ ਪਵੇਗਾ। ਜਿਨੇ ਸੱਚ ਨੂੰ ਹਿਰਦੇ ਵਿੱਚ ਸੰਭਾਲਿਆ ਹੋਵੇਗਾ ਆਪਣੀ ਨੂੰਹ ਨੂੰ ਧੀ ਸਮਝੇਗਾ, ਉਹ ਦਾਜ ਦਹੇਜ ਵਗੈਰਾ ਵਗੈਰਾ ਨਹੀਂ ਮੰਗੇਗਾ। ਨੂੰ ਆਪਣੀ ਸੱਸ ਨੂੰ ਸਹੁਰੇ ਨੂੰ ਪਿਓ ਸਮਝੇਗੀ, ਕਿਉਂਕਿ ਸੱਚ ਇਹੀ ਹੈ ਨਾ। ਹੁਣ ਸਾਡੇ ਰਿਸ਼ਤਿਆਂ ਨਾਤਿਆਂ ਵਿੱਚ ਜਾਂ ਸਾਡੀ ਜ਼ਿੰਦਗੀ ਦੇ ਅੰਦਰ ਦੁਖਾਂਤ ਕਿਉਂ ਵਾਪਰੇ, ਉਹਦਾ ਰੀਜਨ ਹੈ ਕਿ ਬੰਦੇ ਨੇ ਸੱਚ ਨੂੰ ਨਹੀਂ ਸੰਭਾਲਿਆ। ਤੇ ਸੱਚ ਨੂੰ ਸੰਭਾਲ ਕਿਉਂ ਨਹੀਂ ਪਾਇਆ, ਕਿਉਂਕਿ ਗੁਰੂ ਦੀ ਸ਼ਰਨ ਹੀ ਨਹੀਂ ਆਇਆ, ਗਿਆਨ ਦੀ ਵਰਤੋਂ ਨਹੀਂ ਕੀਤੀ। ਸੱਚ ਦਾ, ਝੂਠ ਦਾ, ਅੰਧ ਵਿਸ਼ਵਾਸ ਦਾ, ਵਿਸ਼ਵਾਸ ਦਾ ਪਤਾ ਗਿਆਨ ਰਾਹੀਂ ਲੱਗਣਾ ਸੀ, ਗਿਆਨ ਦੀ ਵਰਤੋਂ ਕਰਨੀ ਸੀ, ਆਪਣੇ ਦਿਮਾਗ ਨੂੰ ਯੂਜ਼ ਕਰਨਾ ਸੀ, ਯੂਨੀਵਰਸਲ ਟਰੁੱਥ ਨੂੰ ਬੇਸ ਬਣਾਉਣਾ ਸੀ। ਇਸ ਲਈ ਗੁਰੂ ਜੀ ਕਹਿੰਦੇ ਨੇ ਜੇ ਤੁਸੀਂ ਗੁਰੂ ਦੇ ਦੱਸੇ ਰਾਹਾਂ ਤੇ ਤੁਰੋਗੇ ਔਰ ਗੁਰੂ ਰਾਹੀਂ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਸੰਭਾਲੋਗੇ ਤਾਂ ਆਪਣੀ ਲਿਵ ਆਪੇ ਲਾ ਦੇਵੇਗਾ ਉਹ ਤੁਹਾਡੇ ਅੰਦਰ, ਉਹ ਲਗਨ ਪੈਦਾ ਕਰ ਦੇਵੇਗਾ। ਫਿਰ ਲਗਨ ਕਿਤੇ ਹੋਰ ਨਹੀਂ ਲੱਗੇਗੀ। ਕਹਿ ਨਾਨਕ ਇਹ ਵੱਡ ਦਾਤਾ ਸੋ ਕਿਉਂ ਮਨੋ ਵਿਸਾਰੀਏ, ਜਿਹੜਾ ਏਡਾ ਵੱਡਾ ਦਾਤਾ ਹੋਵੇ, ਜਿਨੇ ਇੰਨੀਆਂ ਦਾਤਾਂ ਦੇ ਦਿੱਤੀਆਂ ਹੋਣ, ਝੋਲੀ ਦੇ ਵਿੱਚ ਪਾ ਦਿੱਤੀਆਂ ਹੋਣ, ਜਿਹੜੀਆਂ ਦਾਤਾਂ ਸਾਡੀ ਝੋਲੀ ਵਿੱਚ ਸਮਾਂਦੀਆਂ ਹੀ ਨਾ ਹੋਣ, ਉਹਨੂੰ ਕਿਉਂ ਮਨ ਚੋਂ ਭੁਲਾਈ। ਹੁਣ ਅਸੀਂ ਕਹਾਂਗੇ ਵੀ ਸਾਨੂੰ ਕਿਹੜੀਆਂ ਦਾਤਾਂ ਦਿੱਤੀਆਂ ਨੇ, ਅਸੀਂ ਤੇ ਗਰੀਬ। ਦੇਖੋ ਧਰਤੀ ਦਿੱਤੀ ਹੈ ਰੱਬ ਨੇ ਨਾ, ਆਕਾਸ਼ ਦਿੱਤਾ ਹੈ, ਚੰਦਰਮਾ ਦਿੱਤਾ ਹੈ, ਸੂਰਜ ਦਿੱਤਾ ਹੈ, ਖੰਡ ਮੰਡਲ ਬ੍ਰਹਿਮੰਡ ਨੇ, ਆਕਾਸ਼ ਗੰਗਾਵਾਂ ਨੇ। ਇਸ ਧਰਤੀ ਦੇ ਅੰਦਰ ਅਨੰਤ ਕਿਸਮ ਦਾ ਅਨਾਜ ਪੈਦਾ ਹੁੰਦਾ ਹੈ, ਅਨੰਤ ਕਿਸਮ ਦੇ ਫੁੱਲ ਔਰ ਫਲ ਪੈਦਾ ਹੁੰਦੇ ਨੇ, ਨਦੀਆਂ ਨੇ, ਝੀਲਾਂ ਨੇ, ਦਰਿਆ ਨੇ, ਮਨੁੱਖੀ ਸਰੀਰ ਦਿੱਤਾ ਹੈ, ਅੱਖਾਂ ਦਿੱਤੀਆਂ ਨੇ, ਹੱਥ ਪੈਰ ਦਿੱਤੇ ਨੇ, ਏਡਾ ਵੱਡਾ ਦਿਮਾਗ ਦਿੱਤਾ ਹੈ, ਇੰਨੀ ਲੰਮੀ ਜ਼ਿੰਦਗੀ ਦਿੱਤੀ ਹੈ, ਹੋਰ ਕੀ ਦਵੇ। ਇੰਨਾ ਕੁਛ ਦਿੱਤਾ ਹੈ, ਇੰਨੀਆਂ ਦਾਤਾਂ, ਹੋਰ ਕੀ ਦਵੇ। ਇਹਨਾਂ ਦਾਤਾਂ ਦੇ ਵਿੱਚੋਂ ਹੋਰ ਜਿੰਨੀਆਂ ਮਰਜ਼ੀ ਪੈਦਾ ਕਰੀ ਜਾਓ, ਦਿਮਾਗ ਰੱਬ ਨੇ ਦਿੱਤਾ ਹੈ, ਇਹਦੇ ਨਾਲ ਜਿੰਨੀਆਂ ਮਰਜ਼ੀ ਖੋਜਾਂ ਕਰੀ ਜਾਓ, ਕਮਾਈ ਕਰੋ ਤੇ ਤੁਸੀਂ ਮਕਾਨ ਬਣਾ ਲਓ, 10 ਨੌਵਾਂ ਦੀ ਕਿਰਤ ਕਰਕੇ ਤੁਸੀਂ ਕੱਪੜੇ ਪੈਦਾ ਕਰ ਸਕਦੇ ਹੋ, ਰੋਟੀ ਪੈਦਾ ਕਰ ਸਕਦੇ ਹੋ, ਦਿਮਾਗ ਦੀ ਵਰਤੋਂ ਕਰਕੇ ਨਵੀਆਂ ਖੋਜਾਂ ਕਰ ਸਕਦੇ ਹੋ, ਮਨ ਦੀ ਪ੍ਰੀਤ ਪੈਦਾ ਕਰਕੇ ਸੰਸਾਰ ਚੋਂ ਮਾਣ ਆਦਰ ਖੱਟ ਸਕਦੇ ਹੋ। ਇਹ ਕੰਮ ਤੇ ਹੁਣ ਅਸਾਂ ਹੀ ਕਰਨਾ ਹੈ ਨਾ, ਇਸ ਕਿਰਪਾ ਨੂੰ ਸੰਭਾਲਣਾ ਤੇ ਅਸਾਂ ਆਪ ਹੈ ਨਾ। ਕਿਰਪਾ ਤੇ ਉਹਨੇ ਕਰ ਦਿੱਤੀ ਤੇ ਕਿਰਪਾ ਦੀ ਵਰਤੋਂ ਤੇ ਅਸੀਂ ਆਪ ਕਰਨੀ ਹੈ ਨਾ। ਹੁਣ ਇੱਥੇ ਆ ਗੁੱਡੀਆਂ ਨੂੰ ਮੈਂ ਕਹਾਂ ਵੀ ਚਾਹ ਦਾ ਕੱਪ ਬਣਾ ਦਿਓ, ਤੇ ਉਹ ਚਾਹ ਦਾ ਕੱਪ ਬਣਾ ਕੇ ਮੇਰੇ ਕੋਲ ਧਰ ਜਾਏ ਤੇ ਮੈਂ ਪੀਵਾਂ ਹੀ ਨਾ, ਪਈ ਰਵੇ, ਤਾਂ ਇਹਦੇ ਵਿੱਚ ਬੇਟੀ ਦਾ ਤੇ ਕੋਈ ਕਸੂਰ ਨਹੀਂ ਨਾ, ਉਹਨੇ ਤੇ ਬਣਾ ਕੇ ਰੱਖ ਦਿੱਤੀ। ਤੇ ਜੇ ਮੈਂ ਹੀ ਨਾ ਪੀਵਾਂ ਜਾਂ ਮੈਂ ਹੀ ਰੋਟੀ ਨਾ ਖਾਵਾਂ ਤੇ ਉਹਦੇ ਵਿੱਚ ਕਸੂਰ ਕਿਹਦਾ ਹੈ। ਇਹ ਕਿਰਪਾ ਨੂੰ ਵਰਤਣਾ ਤੇ ਪਵੇਗਾ ਨਾ। ਅੱਖਾਂ ਰੱਬ ਨੇ ਦਿੱਤੀਆਂ ਨੇ, ਤਾਂ ਅੱਖਾਂ ਬੰਦ ਕਰਕੇ ਜੇ ਟੋਏ ਦੇ ਵਿੱਚ ਕੋਈ ਡਿੱਗੇ ਤਾਂ ਫਿਰ ਗਲਤੀ ਉਹਦੀ ਹੈ ਨਾ। ਦੇਖੋ 2 ਤਰ੍ਹਾਂ ਦੇ ਲੋਕ ਨੇ, ਇੱਕ ਆਉਂਦਾ ਹੈ ਕਿਸੇ ਦੇ ਘਰ, ਉਹ ਕਹਿੰਦਾ ਮੈਨੂੰ ਟਾਰਚ ਚਾਹੀਦੀ ਹੈ, ਹਨੇਰਾ ਹੋ ਗਿਆ ਤੇ ਮੈਨੂੰ ਟਾਰਚ ਚਾਹੀਦੀ ਹੈ ਕਿ ਮੈਂ ਕਿਸੇ ਟੋਏ ਦੇ ਵਿੱਚ ਨਾ ਡਿੱਗ ਪਵਾਂ। ਪਿੰਡਾਂ ਥਾਵਾਂ 'ਚ ਹੁੰਦੇ ਨੇ ਨਾ ਟੋਏ, ਕੱਚਾ ਰਾਹ ਹੈ, ਕਿਤੇ ਮੈਂ ਟੋਏ ਦੇ ਵਿੱਚ ਨਾ ਡਿੱਗ ਪਵਾਂ, ਰਾਹ ਦੇ ਵਿੱਚ ਟੁੱਟਾ ਜਿਹਾ ਖੂਹ ਹੈ, ਉਹਦੇ ਬਨੇਰੇ ਹੈ ਨਹੀਂ, ਮੈਂ ਕਿਤੇ ਉਹਦੇ ਵਿੱਚ ਨਾ ਡਿੱਗ ਜਾਵਾਂ, ਟਾਰਚ ਚਾਹੀਦੀ ਹੈ। ਉਹ ਬੰਦਾ ਟਾਰਚ ਲੱਭ ਰਿਹਾ ਹੈ ਖੂਹ ਵਿੱਚ ਡਿੱਗਣ ਤੋਂ ਬਚਣ ਲਈ, ਟੋਇਆਂ ਵਿੱਚ ਡਿੱਗਣ ਤੋਂ ਬਚਣ ਵਾਸਤੇ, ਮੈਂ ਆਪਣੇ ਘਰ ਸੁਰੱਖਿਅਤ ਪਹੁੰਚ ਜਾਵਾਂ। ਤੇ ਦੂਜਾ ਬੰਦਾ ਆਣ ਕੇ ਦੁਕਾਨਦਾਰ ਤੋਂ ਟਾਰਚ ਮੰਗਦਾ ਹੈ ਕਿ ਮੈਨੂੰ ਟਾਰਚ ਚਾਹੀਦੀ ਹੈ। ਉਹ ਕਹੇ ਕੀ ਕਰਨਾ ਹੈ,
ਤੇ ਕਵੇ ਮੈਂ ਹਨੇਰੇ ਦੇ ਵਿੱਚ ਖੂਹ ਲੱਭਣਾ ਹੈ ਤੇ ਖੂਹ ਲੱਭ ਕੇ ਉਹਦੇ ਛਾਲ ਮਾਰ ਕੇ ਆਤਮ ਹੱਤਿਆ ਕਰਨੀ। ਮੈਨੂੰ ਟਾਰਚ ਚਾਹੀਦੀ ਹੈ, ਮੈਂ ਖੂਹ ਲੱਭਣਾ ਹੈ ਤੇ ਖੂਹ 'ਚ ਮੈਂ ਛਾਲ ਮਾਰਨੀ ਹੈ, ਆਤਮ ਹੱਤਿਆ ਕਰਨੀ ਹੈ। ਟਾਰਚ ਤੇ ਉਹੀ ਹੈ ਨਾ, ਖੂਹ ਦੋਵੇਂ ਹੀ ਵੇਖਣਾ ਚਾਹੁੰਦੇ ਨੇ। ਇੱਕ ਖੂਹ ਤੋਂ ਬਚਣਾ ਚਾਹੁੰਦਾ ਹੈ ਤੇ ਦੂਜਾ ਖੂਹ ਲੱਭ ਕੇ ਉਹਦੇ ਵਿੱਚ ਛਾਲ ਮਾਰ ਕੇ ਮਰਨਾ ਚਾਹੁੰਦਾ। ਚਾਨਣ ਦੀ ਵਰਤੋਂ ਤੇ ਦੋਵੇਂ ਹੀ ਕਰ ਰਹੇ ਨੇ ਨਾ। ਇਸੇ ਤਰ੍ਹਾਂ ਹੁਣ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਉਸ ਟਾਰਚ ਨੂੰ ਵਰਤ ਕਿਵੇਂ ਰਹੇ ਹਾਂ। ਰੱਬ ਨੇ ਗਿਆਨ ਦਿੱਤਾ ਹੈ ਨਾ, ਦਿਮਾਗ ਦਿੱਤਾ ਹੈ, ਇਹ ਟਾਰਚ ਹੈ, ਇਹ ਚਾਨਣ ਹੈ। ਕੋਈ ਇਸ ਦਿਮਾਗ ਦੀ ਵਰਤੋਂ ਕਰਦਾ ਹੈ ਕਿ ਮੈਂ ਆਚਰਨ ਤੋਂ ਗਿਰ ਨਾ ਜਾਵਾਂ, ਮੇਰੇ ਅੰਦਰ ਕੋਈ ਲੋਭ ਲਾਲਚ ਨਾ ਆ ਜਾਏ, ਮੈਂ ਇਨਸਾਨੀਅਤ ਤੋਂ ਨਾ ਡਿੱਗ ਜਾਵਾਂ, ਮੈਂ ਕੋਈ ਐਸਾ ਕਰਮ ਨਾ ਕਰਾਂ ਜਿਹੜਾ ਕਰਮ ਮੇਰੀ ਜ਼ਿੰਦਗੀ ਵਿੱਚ ਦੁੱਖ ਪੈਦਾ ਕਰੇ। ਤੇ ਦੂਜਾ ਬੰਦਾ ਉਹ ਕੰਮ ਲੱਭਦਾ ਫਿਰਦਾ ਵੀ ਜਿਹਦੇ ਨਾਲ ਮੇਰੇ ਘਰ ਦਾ ਬੇੜਾ ਗਰਕ ਹੋਵੇ, ਜਿਹਦੇ ਨਾਲ ਸਮਾਜ ਦਾ ਬੇੜਾ ਗਰਕ ਹੋਵੇ। ਮੈਂ ਸਿੰਥੈਟਿਕ ਦੁੱਧ ਬਣਾਵਾਂ, ਮੈਂ ਡੁਪਲੀਕੇਟ ਦਵਾਈਆਂ ਵੇਚਾਂ, ਮੈਂ ਮਾਪਿਆਂ ਨਾਲ ਧੋਖਾ ਕਰਾਂ, ਮੈਂ ਭਰਾਵਾਂ ਨਾਲ ਧੋਖਾ ਕਰਾਂ, ਮੈਂ ਕੁੜਮਾਂ ਤੋਂ ਦਾਜ ਦਹੇਜ ਮੰਗਾਂ। ਦਿਮਾਗ ਹੀ ਹੈ ਨਾ। ਹੁਣ ਇਹਦੀ ਵਰਤੋਂ ਕਿਵੇਂ ਕਰਾਂਗੇ ਡਿਪੈਂਡ ਕਰੇਗਾ ਨਾ ਕਿ ਰੱਬ ਦੀ ਕਿਰਪਾ ਨੂੰ ਅਸੀਂ ਵਰਤਦੇ ਕਿਵੇਂ ਹਾਂ। ਵਰਤਣਾ ਤੇ ਅਸੀਂ ਆਪ ਹੈ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਹੜਾ ਏਡਾ ਵੱਡਾ ਦਾਤਾ ਹੈ, ਜਿਹਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਉਹਨੂੰ ਮਨ ਚੋਂ ਨਾ ਵਿਸਾਰੋ, ਯਾਨੀ ਉਹਦੇ ਗੁਣਾਂ ਨੂੰ ਨਾ ਭੁੱਲੋ, ਉਹਦੀ ਰਜ਼ਾ ਨੂੰ ਨਾ ਭੁੱਲੋ। ਜੇ ਆਨੰਦ ਵਾਲੀ ਜ਼ਿੰਦਗੀ ਜੀਣੀ ਹੈ ਤਾਂ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸੰਭਾਲੋ। ਸਤ, ਸੰਤੋਖ, ਦਇਆ, ਧਰਮ, ਧੀਰਜ, ਵੈਰਾਗ, ਨਿਮਾਨਤਾ, ਗਿਆਨ, ਸੇਵਾ, ਸਿਮਰਨ, ਪ੍ਰੇਮ, ਸਚਾਈ, ਨਿਰਭੈਤਾ, ਨਿਰਵੈਰਤਾ, ਇਹਨਾਂ ਗੁਣਾਂ ਨੂੰ ਸੰਭਾਲੋ ਹਿਰਦੇ ਵਿੱਚ, ਇਹਨਾਂ ਗੁਣਾਂ ਨੂੰ ਯੂਜ਼ ਕਰੋ। ਇਹਨੂੰ ਕਹਿੰਦੇ ਨੇ ਆਪਣੇ ਅੰਦਰ ਸੰਭਾਲਣਾ, ਰੱਬ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਓ। ਹੁਣ ਅਗਲਾ ਬਚਨ ਕਰਦੇ ਨੇ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਜਿਵੇਂ ਪੇਟ ਦੇ ਵਿੱਚ ਅਗਨ ਹੈ ਨਾ, ਬਾਹਰ ਮਾਇਆ ਹੈ। ਪੇਟ ਵਿੱਚ ਅਗਨ ਹੈ, ਬਾਹਰ ਮਾਇਆ ਹੈ। ਔਰ ਇਹ ਚੀਜ਼ ਸਮਝਣ ਵਾਲੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਪੇਟ ਦੇ ਅੰਦਰ ਅਗਨ ਹੈ, ਨਿੱਘ ਹੈ, ਜਿਸ ਰਾਹੀਂ ਸਾਡਾ ਭੋਜਨ ਪਚਦਾ ਹੈ। ਜੇ ਅੰਦਰ ਨਿੱਘ ਨਾ ਹੋਵੇ ਤੇ ਖਾਧਾ ਹੋਇਆ ਭੋਜਨ ਪਚੇਗਾ ਨਹੀਂ, ਉਹ ਸੜੇਗਾ, ਅਸੀਂ ਬਿਮਾਰ ਹੋਵਾਂਗੇ। ਇਹਦਾ ਮਤਲਬ ਜਿਹੜੀ ਅੰਦਰਲੀ ਅਗਨ ਹੈ, ਜੋ ਨਿੱਘ ਹੈ, ਉਹਦਾ ਯੂਜ਼ ਹੋ ਰਿਹਾ ਹੈ ਭੋਜਨ ਦੇ ਵਿੱਚੋਂ ਖੂਨ ਬਣਾਉਣ ਲਈ। ਉਸ ਭੋਜਨ ਤੋਂ ਵਿਟਾਮਿਨ ਲੈ ਜਾ ਰਹੇ ਨੇ, ਜਾਂ ਆਇਰਨ ਵਗੈਰਾ, ਜਾਂ ਕੈਲਸ਼ੀਅਮ ਵਗੈਰਾ, ਸਰੀਰ ਨੂੰ ਜੋ ਜੋ ਵੀ ਜ਼ਰੂਰਤ ਹੈ ਉਹਦੇ ਵਿੱਚੋਂ ਲੈ ਰਿਹਾ ਨਾ, ਭੋਜਨ ਦੇ ਵਿੱਚੋਂ, ਤੇ ਉਹ ਅਗਨ ਰਾਹੀਂ ਲੈ ਰਿਹਾ ਹੈ, ਨਿੱਘ ਰਾਹੀਂ ਲੈ ਰਿਹਾ ਹੈ, ਨਿੱਘ ਹੈ। ਲੇਕਿਨ ਅੱਗ ਜਿਹੜੀ ਇਹ ਸਾੜਦੀ ਵੀ ਹੈ। ਜੇ ਬੁਖਾਰ ਹੋ ਜਾਏ, ਅੱਗ ਵੱਧ ਜਾਏ, ਤਾਂ ਬੁਖਾਰ ਦੇ ਨਾਲ ਮੌਤ ਵੀ ਹੋ ਜਾਂਦੀ ਨਾ ਬੰਦੇ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਤਾਂ ਇਹ ਚੀਜ਼ ਨੂੰ ਸਮਝਣਾ ਹੈ ਕਿ ਅੰਦਰਲੀ ਅਗਨ ਦੀ ਵਰਤੋਂ ਕਿਵੇਂ ਹੋ ਰਹੀ ਹੈ, ਸਿਸਟਮ ਦੇ ਅੰਦਰ ਹੋ ਰਹੀ ਹੈ, ਤਾਂ ਸਾਡਾ ਜੀਵਨ ਠੀਕ ਚੱਲ ਰਿਹਾ। ਬਾਹਰ ਮਾਇਆ ਹੈ, ਇਹ ਮਾਇਆ ਵੀ ਇਸੇ ਤਰ੍ਹਾਂ ਹੀ ਹੈ। ਤੇ ਮਾਇਆ ਕੀ ਹੈ? ਸਾਡੀ ਸੋਚ। ਜਿਹੜੇ ਆ ਪਦਾਰਥ ਵਗੈਰਾ ਨੇ, ਇਹਨਾਂ ਨੂੰ ਅਸੀਂ ਵਰਤਣਾ ਹੈ ਤਾਂ ਕਿਵੇਂ ਵਰਤਣਾ ਹੈ? ਸੋਚ ਹੈ ਨਾ ਬੰਦੇ ਦੀ। ਜੇ ਬੰਦਾ ਸੋਚ ਨੂੰ, ਦਿਮਾਗ ਨੂੰ, ਵਿਚਾਰ ਨੂੰ ਗਲਤ ਵਰਤੇਗਾ, ਗਲਤ ਢੰਗ ਦੇ ਨਾਲ ਵਰਤੇਗਾ, ਉਹਦਾ ਨਤੀਜਾ ਗਲਤ ਨਿਕਲੇਗਾ। ਜੇ ਉਹਨਾਂ ਦੀ ਵਰਤੋਂ ਸਿਸਟਮ ਦੇ ਅੰਦਰ ਕਰੇਗਾ ਤਾਂ ਨਤੀਜਾ ਠੀਕ ਨਿਕਲੇਗਾ। ਅੱਗ ਨੂੰ ਹੀ ਲੈ ਲਓ। ਅੱਗ ਦੇ ਅੰਦਰ ਭੋਜਨ ਤਿਆਰ ਕੀਤਾ ਜਾਂਦਾ ਹੈ। 36 ਕਿਸਮ ਦੇ ਭੋਜਨ ਪਦਾਰਥ ਤਿਆਰ ਕੀਤੇ ਜਾਂਦੇ ਨੇ ਅੱਗ ਦੇ ਨਾਲ। ਪਰ ਉਹ ਹੀ ਅੱਗ ਕਿਸੇ ਬੰਦੇ ਤੇ ਪੈਟਰੋਲ ਪਾ ਕੇ ਲਾ ਦਿਓ, ਕਿਸੇ ਦੇ ਗਲ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਦਿਓ, ਹੈ ਤੇ ਉਹ ਵੀ ਅੱਗ ਹੀ ਨਾ। ਅੱਗ ਉਹ ਹੀ ਹੈ ਜਿਹਦੇ ਤੇ ਭੋਜਨ ਪ੍ਰਸ਼ਾਦਾ ਪਾ ਕੇ ਤੇ ਤਿਆਰ ਕਰਕੇ ਛਕਾਇਆ ਜਾਂਦਾ ਹੈ। ਗੁਰਦੁਆਰੇ ਸਾਹਿਬਾਨ ਦੇ ਅੰਦਰ ਕਿੰਨੇ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਨਾ, ਬਿਨਾਂ ਜਾਤ ਤੋਂ, ਬਿਨਾਂ ਧਰਮ ਦੇ, ਨਸਲ ਤੋਂ, ਵਿਤਕਰੇ ਤੋਂ, ਕੋਈ ਆਏ ਭੁੱਖਾ ਲੰਗਰ ਛਕੇ, ਅੱਗ ਤੇ ਤਿਆਰ ਕੀਤਾ ਜਾਂਦਾ ਹੈ। ਪਰ ਉਹ ਹੀ ਅੱਗ ਸੀ ਜੋ 84 ਦੇ ਅੰਦਰ ਗੁਰਦੁਆਰੇ ਹੀ ਸਾੜ ਦਿੱਤੇ, ਲੋਕਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕੇ ਅੱਗਾਂ ਲਾਤੀਆਂ। ਅੱਗ ਤੇ ਉਹ ਹੀ
ਅੱਗ ਉਹੀ ਹੈ ਜਦੋਂ ਅਸੀਂ ਨੂੰਹ ਰਾਣੀ ਨੂੰ ਵਿਆਹਣ ਵਾਸਤੇ ਗਏ ਸਾਂ ਤੇ 36 ਕਿਸਮ ਦੇ ਭੋਜਨ ਪਦਾਰਥ ਸਾਨੂੰ ਮਿਲੇ ਸਨ, ਗੁਲਾਬ ਜਾਮਨ, ਰਸਗੁੱਲੇ, ਬਰਫੀ, ਪਕੌੜੇ, ਸਮੋਸੇ, ਪੀਜੇ, 버ਗਰ। ਤੇ ਅੱਗ ਉਹੀ ਹੈ, ਉਸ ਨੂੰਹ ਨੂੰ ਲਾ ਦਿੱਤੀ ਵੀ ਦਹੇਜ ਘੱਟ ਲਿਆਈ, ਅੱਗ ਹੀ ਹੈ ਨਾ। ਤਾਂ ਇਸ ਦੁਨੀਆ ਦੇ ਅੰਦਰ ਕੋਈ ਚੀਜ਼ ਮਾੜੀ ਨਹੀਂ, ਉਹਦੀ ਵਰਤੋਂ ਉਹਨੂੰ ਚੰਗਿਆਂ ਜਾਂ ਮਾੜਿਆਂ ਬਣਾਏਗੀ। ਜਿੰਨੇ ਵੀ ਰਿਸ਼ਤੇ ਨਾਤੇ ਨੇ ਧੀਆਂ ਪੁੱਤਰਾਂ ਦੇ, ਭੈਣਾਂ ਭਰਾਵਾਂ ਦੇ, ਰਿਸ਼ਤੇ ਮਾੜੇ ਨਹੀਂ, ਨਾ ਇਹ ਚੰਗੇ ਨੇ। ਰਿਸ਼ਤੇ ਤੇ ਰਿਸ਼ਤੇ ਨੇ, ਇਹਨਾਂ ਦੀ ਵਰਤੋਂ ਕਿਵੇਂ ਕਰਾਂਗੇ ਉਹ ਇਹਨਾਂ ਨੂੰ ਚੰਗੇ ਜਾਂ ਮਾੜੇ ਬਣਾਉਣਗੇ। ਸੁੱਖ ਜਾਂ ਦੁੱਖ ਇਹਨਾਂ ਰਿਸ਼ਤਿਆਂ ਦੀ ਵਰਤੋਂ ਵਿੱਚੋਂ ਨਿਕਲਣਾ ਹੈ ਕਿ ਤੁਸੀਂ ਇਹਨਾਂ ਨੂੰ ਵਰਤਦੇ ਕਿਵੇਂ ਹੋ। ਅੱਖਾਂ ਨਾ ਚੰਗੀਆਂ ਨੇ ਨਾ ਮਾੜੀਆਂ ਨੇ, ਇਹਨਾਂ ਦੀ ਵਰਤੋਂ ਕਿਵੇਂ ਕਰੋਗੇ। ਕਿਸੇ ਬੇਗਾਨੀ ਧੀ ਭੈਣ ਨੂੰ ਕਿਸ ਨਜ਼ਰ ਨਾਲ ਵੇਖਦੇ ਹੋ, ਰੱਬ ਦੇ ਰੂਪ ਵਿੱਚ, ਬੇਟੀ ਦੇ ਰੂਪ ਵਿੱਚ, ਤਾਂ ਪਰਾਈ ਔਰਤ ਦੇ ਰੂਪ ਵਿੱਚ। ਅੱਖ ਨੇ ਵੇਖਣਾ ਹੈ ਅੰਦਰ ਸੁਰਤ ਕੈਸੀ ਹੈ। ਜ਼ਬਾਨ ਨਾ ਚੰਗੀ ਹੈ ਨਾ ਮਾੜੀ ਹੈ, ਜ਼ਬਾਨ ਤੇ ਜ਼ਬਾਨ ਹੈ, ਇਹਨੇ ਤੇ ਬੋਲਣਾ ਹੈ। ਇਹਨੂੰ ਚੰਗੀ ਜਾਂ ਮਾੜੀ ਅਸੀਂ ਇਹਦੀ ਵਰਤੋਂ ਕਿਵੇਂ ਕਰਾਂਗੇ, ਉਸ ਵਰਤੋਂ ਨੇ ਬਣਾਉਣਾ ਹੈ। ਜੇ ਗਾਲੀ ਗਲੋਚ ਕਰੋਗੇ ਤੇ ਜ਼ਬਾਨ ਮਾੜੀ ਹੋ ਗਈ, ਜੇ ਪਿਆਰ ਵਾਲੇ ਬੋਲ ਬੋਲੋਗੇ ਤਾਂ ਜ਼ਬਾਨ ਚੰਗੀ ਹੋ ਗਈ। ਤਾਂ ਗੁਰੂ ਜੀ ਕਹਿੰਦੇ ਨੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਉਸੇ ਤਰ੍ਹਾਂ ਇਹ ਮਾਇਆ ਵੀ ਹੈ, ਜੇ ਇਹਨੂੰ ਠੀਕ ਪ੍ਰਯੋਗ ਵਿੱਚ ਲਿਆਓਗੇ ਤਾਂ ਇਹ ਮਾਇਆ ਵੀ ਤੁਹਾਡੀ ਜ਼ਿੰਦਗੀ ਅੰਦਰ ਸੁੱਖ ਪੈਦਾ ਕਰੇਗੀ, ਤੇ ਜੇ ਠੀਕ ਵਰਤੋਂ ਨਹੀਂ ਕਰੋਗੇ ਤਾਂ ਇਹ ਦੁੱਖ ਪੈਦਾ ਕਰੇਗੀ। ਦੇਖੋ ਗੁਰੂ ਜੀ ਨੇ ਬਚਨ ਕੀਤਾ ਹੈ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਮਾਂ ਦੇ ਗਰਭ ਵਿੱਚ ਤੂੰ ਆਪਣਾ ਸਿਮਰਨ ਦਿੱਤਾ, ਆਪਣੀ ਯਾਦ ਦਿੱਤੀ। ਇਹਦਾ ਮਤਲਬ ਤੂੰ ਆਪਣੀ ਯਾਦ ਵਿੱਚ ਰੱਖਿਆ। ਨਿਯਮਾਵਲੀ ਰੱਬ ਨੇ ਆਪਣੀ ਯਾਦ ਵਿੱਚ ਰੱਖਿਆ। ਔਰ ਉਹ ਰੱਬ ਦਾ ਜਿਹੜਾ ਸਿਸਟਮ ਸੀ ਤੇ ਅੰਦਰਲੀ ਅੱਗ ਸੀ ਨਾ, ਇਹ ਦੋਵੇਂ ਮਿਲ ਕੇ ਬਸੰਤ ਬਹਾਰ ਬਣ ਗਏ। ਤੇ ਜਿੰਨਾ ਮਾਂ ਦੇ ਪੇਟ ਵਿੱਚ ਬੱਚੇ ਨੂੰ ਸੁੱਖ ਹੁੰਦਾ ਹੈ ਨਾ, ਉਹਨਾਂ ਸੁੱਖ ਸਾਰੀ ਜ਼ਿੰਦਗੀ ਉਹਨੂੰ ਮਿਲਦਾ ਨਹੀਂ, ਕਿਉਂਕਿ ਉੱਥੇ ਇਸ ਸਿਸਟਮ ਦੇ ਅੰਦਰ ਪਲ ਰਿਹਾ ਹੈ, ਕਿੰਨਾ ਸੁੰਦਰ ਵਿਕਾਸ ਹੋ ਰਿਹਾ ਹੈ। ਕਿਉਂਕਿ ਉਹ ਬਸੰਤ ਬਣ ਗਈ, ਗਰਮ ਔਰ ਸਰਦੀ ਮਿਲ ਕੇ ਬਸੰਤ ਬਣ ਗਈ। ਗਰਮੀ ਔਰ ਸਰਦੀ ਦਾ ਮੇਲ ਬਸੰਤ ਬਹਾਰ ਪੈਦਾ ਕਰਦਾ। ਤੇ ਯਾਦ ਰੱਖਣਾ, ਹਰ ਇਨਸਾਨ ਨੂੰ ਗਰਮੀ ਪਸੰਦ ਨਹੀਂ। ਹੋ ਸਕਦਾ ਕਿਸੇ ਇੱਕ ਅੱਧੇ ਨੂੰ, ਦੋ ਚਾਰਾਂ ਨੂੰ ਹੋਵੇ, ਕੁਝ ਪਰਸੈਂਟੇਜ ਨੂੰ ਹੋ ਸਕਦਾ, ਕੁਝ ਪਰਸੈਂਟੇਜ ਸਰਦੀ ਪਸੰਦ ਕਰਦੇ ਹੋਣ, ਪਰ ਸਾਰੇ ਨਹੀਂ। ਬਸੰਤ ਬਹਾਰ ਇੱਕ ਐਸੀ ਬਹਾਰ ਹੈ ਜਿਹਨੂੰ ਸਾਰੇ ਪਸੰਦ ਕਰਦੇ। ਤੇ ਬਸੰਤ ਬਹਾਰ ਮਿਲਦੀ ਹੈ ਗਰਮੀ ਔਰ ਸਰਦੀ ਦਾ ਜਦੋਂ ਮਿਲਾਪ ਹੁੰਦਾ ਹੈ ਨਾ, ਉਦੋਂ ਬਸੰਤ ਬਹਾਰ ਪੈਦਾ ਹੁੰਦੀ। ਉਸ ਬਸੰਤ ਬਹਾਰ ਦੇ ਅੰਦਰ ਇੱਕ ਨਵੀਂ ਰੌਂ ਜੀਵਨ ਦੀ ਵਨਸਪਤੀ ਦੇ ਉੱਤੇ ਪੈਦਾ ਹੁੰਦੀ ਹੈ। ਨਵੇਂ ਫੁੱਲ, ਨਵੇਂ ਫਲ, ਨਵੀਆਂ ਪੱਤੀਆਂ ਆਉਂਦੀਆਂ ਨੇ। ਚਾਰ ਚੁਫੇਰੇ ਬਸੰਤ, ਖੁਸ਼ੀਆਂ ਖੇੜੇ ਵਾਲਾ ਮਾਹੌਲ ਬਣ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਦੀਆਂ ਜੋ ਲੋੜਾਂ ਨੇ, ਗਰਮੀ ਔਰ ਸਰਦੀ ਵੀ ਹੈ ਇੱਥੇ ਵਿਕਾਰਾਂ ਦੀ ਤਪਸ਼ ਹੈ, ਔਰ ਪ੍ਰਭੂ ਦਾ ਸਿਮਰਨ ਇੱਥੇ ਠੰਡਕ ਹੈ। ਜੇ ਇਹ ਦੋਵੇਂ ਚੀਜ਼ਾਂ ਮਿਲ ਜਾਣ ਤਾਂ ਜ਼ਿੰਦਗੀ ਵਿੱਚ ਬਸੰਤ ਪੈਦਾ ਹੋ ਸਕਦੀ ਹੈ। ਜਿਵੇਂ ਬੰਦੇ ਨੇ ਗਰਮੀ ਨੂੰ ਸਰਦੀ ਵਿੱਚ ਔਰ ਸਰਦੀ ਨੂੰ ਗਰਮੀ ਵਿੱਚ ਕਨਵਰਟ ਕਰਨਾ ਸਿੱਖ ਲਿਆ ਹੈ। ਬਾਹਰ ਟੈਂਪਰੇਚਰ ਮਾਈਨਸ ਹੈ, ਪਰ ਅਸੀਂ ਹੀਟ ਲਗਾ ਕੇ ਅੰਦਰ ਟੈਂਪਰੇਚਰ 20-22 ਤੇ ਕਰ ਲੈਣੇ ਨਾ ਆਪਣੀ ਮਰਜ਼ੀ ਮੁਤਾਬਕ। ਬਾਹਰ ਟੈਂਪਰੇਚਰ 30-32 ਤੇ ਹੈ, ਪਰ ਅੰਦਰ ਅਸੀਂ ਏਸੀ ਲਗਾ ਕੇ 18-20 ਤੇ ਟੈਂਪਰੇਚਰ ਕਰ ਲੈਂਦੇ ਆ। ਗਰਮੀ ਨੂੰ ਸਰਦੀ ਵਿੱਚ, ਸਰਦੀ ਨੂੰ ਗਰਮੀ ਵਿੱਚ ਬਦਲਣਾ ਬੰਦੇ ਨੇ ਸਿੱਖ ਲਿਆ। ਪਰ ਸਾਡੇ ਅੰਦਰ ਇੱਕ ਗਰਮੀ ਔਰ ਇੱਕ ਸਰਦੀ ਹੈ, ਉਹਨੂੰ ਬੰਦਾ ਬਦਲਣਾ ਨਹੀਂ ਸਿੱਖ ਪਾਇਆ। ਗੁਰੂ ਜੀ ਨੇ ਬਚਨ ਕੀਤਾ ਹੈ, ਸਿੱਖਾ ਆ, ਮੈਂ ਤੈਨੂੰ ਐਸਾ ਢੰਗ ਦੱਸਾਂ ਕਿ ਤੂੰ ਆਪਣੇ 12 ਦੇ 12 ਮਹੀਨਿਆਂ ਨੂੰ ਬਸੰਤ ਵਿੱਚ ਬਦਲ ਲਵੇਂ। 12 ਮਾਹ ਦੀ ਪਾਵਨ ਬਾਣੀ ਦਾ ਮਕਸਦ ਹੀ ਇਹ ਹੈ। ਇਹਨਾਂ ਚੀਜ਼ਾਂ ਨੂੰ ਵਰਤਣਾ ਕਿਵੇਂ ਹੈ, ਜਿਸ ਕਰਕੇ ਤੇਰੀ ਜ਼ਿੰਦਗੀ ਦੇ ਅੰਦਰ ਬਸੰਤ ਬਹਾਰ ਬਣ ਜਾਏ। ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਕਣਾ। ਚੇਤ ਦੇ ਮਹੀਨੇ ਵਿੱਚ ਜੇ ਰੱਬ ਨੂੰ ਯਾਦ ਰੱਖੇਗਾ, ਤੇਰੀ ਜ਼ਿੰਦਗੀ ਵਿੱਚ ਆਨੰਦ ਪੈਦਾ ਹੋਏਗਾ। ਤਾਂ ਗੁਰੂ ਪਾਤਸ਼ਾਹ ਜੀ ਹੁਣ ਸਾਨੂੰ ਸਮਝਾ ਰਹੇ ਨੇ ਕਿ ਗਰਮੀ ਸਰਦੀ ਨੂੰ ਅਸੀਂ ਕਨਵਰਟ ਕਿਵੇਂ ਕਰਨਾ ਹੈ। ਕਈਆਂ ਦੇ ਅੰਦਰ ਤਾਂ ਵਿਕਾਰਾਂ ਦੀ ਅੱਗ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਕਿਸੇ ਨੂੰ ਲੋਭ ਨੇ ਸਾੜਿਆ ਹੋਇਆ ਹੈ ਅੰਦਰੋਂ, ਇਨਸਾਨੀਅਤ ਸਾੜ ਦਿੱਤੀ ਹੈ।
ਕਿਸੇ ਦੀ ਸ਼ਾਂਤੀ ਨੂੰ ਕ੍ਰੋਧ ਨੇ ਸਾੜਿਆ ਹੋਇਆ ਹੈ, ਲੋਹਾ ਲਾਖਾ ਹੋਇਆ ਫਿਰਦਾ ਕ੍ਰੋਧ ਨਾਲ। ਕੋਈ ਮੋਹ ਦੇ ਵਿੱਚ ਫਸਿਆ ਪਿਆ ਹੈ, ਅੱਗ ਦੇ ਅੰਦਰ ਸੜ ਗਿਆ ਹੈ। ਇਹ ਤੇ ਹੈ ਗਰਮੀ, ਤੇ ਇੱਕ ਹੈ ਸਰਦੀ। ਜਿਵੇਂ ਕੋਹਰਾ ਨਹੀਂ ਜੰਮਿਆ ਹੁੰਦਾ, ਬਾਹਰ ਕੋਹਰਾ ਜੰਮ ਜਾਂਦਾ, ਬੰਦਾ ਉਹਦੇ ਤੇ ਤਿਲਕਦਾ ਹੈ। ਕਠੋਰਤਾ, ਕੋਹਰਾਪਨ। ਕਈ ਵਾਰ ਅਸੀਂ ਕਹਿੰਦੇ ਆ ਵੀ ਅੱਜ ਤੇ ਬੰਦੇ ਦਾ ਖੂਨ ਹੀ ਚਿੱਟਾ ਹੋ ਗਿਆ, ਲਹੂ ਚਿੱਟਾ ਹੋ ਗਿਆ। ਹੁਣ ਲਹੂ ਚਿੱਟਾ ਨਹੀਂ ਹੋਇਆ, ਲਹੂ ਤਾਂ ਲਾਲ ਹੀ ਹੁੰਦਾ ਹੈ, ਲੇਕਿਨ ਉਹਦਾ ਮਤਲਬ ਸਿਰਫ ਇੰਨਾ ਹੁੰਦਾ ਕਿ ਬੰਦੇ ਵਿੱਚ ਕੋਹਰਾਪਨ ਆ ਗਿਆ, ਕਠੋਰਤਾ ਆ ਗਈ। ਕਿੰਨੇ ਕਠੋਰ ਨੇ ਲੋਕ, ਬੱਚੀਆਂ ਨੂੰ ਜਨਮ ਤੋਂ ਪਹਿਲੋਂ ਮੌਤ ਦੇ ਦਿੰਦੇ ਨੇ। ਕਿੰਨਾ ਕਠੋਰ ਉਹ ਮਾਂ ਪਿਓ ਹੋਣਗੇ ਜੋ ਬੱਚੀ ਨੂੰ ਜਨਮ ਦੇ ਕੇ ਤੇ ਲਿਫਾਫੇ 'ਚ ਪਾ ਕੇ ਕੂੜਿਆਂ ਵਿੱਚ ਸੁੱਟ ਹੁੰਦੇ ਨੇ। ਰੋਜ਼ ਅਸੀਂ ਅਖਬਾਰਾਂ ਵਿੱਚ ਪੜ੍ਹਦੇ ਆ ਨਾ, ਕਿੰਨੀ ਕਠੋਰਤਾ ਹੋਏਗੀ, ਕਿਵੇਂ ਅੰਦਰਲਾ ਉਹਦਾ ਜੰਮਿਆ ਹੋਵੇਗਾ ਕਿ ਜਿਹੜਾ ਮਨ ਪਿਘਲਦਾ ਹੀ ਨਹੀਂ। ਕਿੰਨਾ ਕਠੋਰ ਹੋਏਗਾ ਉਹ ਬੰਦਾ ਜੋ ਕਿਸੇ ਦੇ ਬੱਚੇ ਨੂੰ ਕਿਡਨੈਪ ਕਰ ਲੈਂਦਾ ਹੈ ਔਰ ਉਹਦੀ ਫਿਰੌਤੀ ਮੰਗਦਾ ਹੈ। ਕਿੰਨੇ ਕਠੋਰ ਹੋਣਗੇ ਉਹ ਲੋਕ ਜੋ ਬਲਾਤਕਾਰ ਜਾਂ ਜ਼ਬਰ ਜਿਨਾਹ ਕਰਦੇ ਨੇ। ਕਠੋਰਤਾ ਹੈ ਨਾ, ਜੰਮਿਆ ਪਿਆ ਨਾ ਬੰਦਾ। ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾਏ? ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਮਾਇਆ ਔਰ ਅਗਨ ਇੱਕੋ ਜਿਹੀ ਹੈ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਇਹ ਕਰਤੇ ਦਾ ਖੇਲ ਹੈ। ਤਾਂ ਜਿਵੇਂ ਆਪਾਂ ਪਹਿਲਾਂ ਕਈ ਵਾਰ ਇਹ ਚੀਜ਼ ਵਿਚਾਰ ਚੁੱਕੇ ਹਾਂ ਕਿ ਇਹਨਾਂ ਚੀਜ਼ਾਂ ਦੀ ਅਸੀਂ ਵਰਤੋਂ ਕਰਨੀ ਹੈ ਠੀਕ। ਜੇ ਗੁਰੂ ਦੇ ਦੱਸੇ ਰਾਹ ਤੇ ਤੁਰਾਂਗੇ ਨਾ, ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਜੇ ਕਾਮ ਦੀ ਵਰਤੋਂ ਗਲਤ ਬੰਦਾ ਕਰਦਾ ਹੈ ਨਾ, ਤਾਂ ਇਹ ਕਾਮ ਬੇਸ਼ਰਮੀ ਪੈਦਾ ਕਰੇਗਾ, ਸਮਾਜ ਨੂੰ ਰੋਗੀ ਕਰੇਗਾ, ਕਿਸੇ ਦੀ ਇੱਜ਼ਤ ਬਰਕਰਾਰ ਨਹੀਂ ਰਹੇਗੀ। ਜੇ ਕ੍ਰੋਧ ਦੇ ਅੰਦਰ ਬੰਦਾ ਜਲੇਗਾ ਤਾਂ ਲੜ ਲੜ ਕੇ ਮਰ ਜਾਣਗੇ ਲੋਕ। ਜੇ ਬੰਦਾ ਲੋਭ ਦੇ ਅੰਦਰ ਫਸੇਗਾ, ਗਲਤ ਵਰਤੋਂ ਕਰੇਗਾ, ਤਾਂ ਚੋਰ ਬਜ਼ਾਰੀ 2 ਨੰਬਰ ਦੇ ਧੰਦੇ ਪੈਦਾ ਹੋਣਗੇ। ਜੇ ਬੰਦਾ ਮੋਹ ਦੀ ਗਲਤ ਵਰਤੋਂ ਕਰੇਗਾ ਤੇ ਮਹਾਭਾਰਤ ਵਰਗੇ ਵੱਡੇ ਯੁੱਧ ਹੋਣਗੇ। ਔਰ ਜੇ ਹੰਕਾਰ ਦੀ ਗਲਤ ਵਰਤੋਂ ਕਰੇਗਾ ਤਾਂ ਬੰਦਾ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀਂ ਕਰੇਗਾ। ਸਾਰਾ ਜੀਵਨ ਅਸਤ ਵਿਅਸਤ ਹੋ ਜਾਏਗਾ, ਇਨਸਾਨੀਅਤ ਸੜ ਜਾਏਗੀ, ਖੁਸ਼ੀਆਂ ਖਤਮ ਹੋ ਜਾਣਗੀਆਂ। ਦੂਜੇ ਪਾਸੇ ਜੇ ਇਹ ਕਾਮ ਦੀ ਵਰਤੋਂ ਨਹੀਂ ਕਰੇਗਾ ਤਾਂ ਇਹ ਦੁਨੀਆ ਖਤਮ ਹੋ ਜਾਏਗੀ, ਕੋਈ ਬੱਚਾ ਪੈਦਾ ਨਹੀਂ ਹੋਏਗਾ। ਜੇ ਇਹਦੇ ਅੰਦਰ ਲੋਭ ਨਹੀਂ ਹੋਏਗਾ ਤੇ ਬੰਦਾ ਕੰਮ ਨਹੀਂ ਕਰੇਗਾ, ਲੋਭ ਕਰਕੇ ਕੰਮ ਕਰਦਾ ਨਾ ਬੰਦਾ। ਜੇ ਮੋਹ ਨਹੀਂ ਹੋਏਗਾ ਤਾਂ ਬੱਚਿਆਂ ਨੂੰ ਪਾਲੇਗਾ ਨਹੀਂ ਬੰਦਾ। ਜੇ ਇਹਦੇ ਅੰਦਰ ਹੰਕਾਰ ਨਹੀਂ ਹੋਏਗਾ ਤੇ ਵਿਕਾਸ ਨਹੀਂ ਨਾ ਹੋਣਾ। ਸਾਡੀ ਈਗੋ ਹੀ ਤੇ ਹੈ ਜੋ ਸਾਨੂੰ ਦੂਜਿਆਂ ਨਾਲੋਂ ਉੱਚੇ ਜਾਣ ਦੀ ਪ੍ਰੇਰਨਾ ਦਿੰਦੀ ਹੈ। ਔਰ ਜੇ ਇਹਦੇ ਅੰਦਰ ਕਾਮ, ਕ੍ਰੋਧ ਨਹੀਂ ਹੋਏਗਾ ਤੇ ਆਪਣੀ ਰੱਖਿਆ ਨਹੀਂ ਕਰ ਸਕੇਗਾ। ਹੁਣ ਇਹ ਦੋਵੇਂ ਇੱਕ ਦੂਜੇ ਦੇ ਵਿਪਰੀਤ ਨੇ, ਪਰ ਇਹਨਾਂ ਤੋਂ ਸੁੱਖ ਔਰ ਆਨੰਦ ਕਿਵੇਂ ਪੈਦਾ ਕੀਤਾ ਜਾਏ? ਜਦੋਂ ਅਸੀਂ ਗੁਰਮੁਖ ਸਦਾ ਸੰਭਾਲੀਏ, ਜਦੋਂ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਰੱਬੀ ਨੇਮਾਂ ਨੂੰ ਯਾਦ ਰੱਖਦੇ ਆ ਨਾ, ਫਿਰ ਇਹ ਕਾਮ, ਕ੍ਰੋਧ ਆਦਿ ਕਨਵਰਟ ਹੋ ਜਾਂਦੇ ਨੇ। ਫਿਰ ਇਹ ਅੱਗ ਨਹੀਂ ਰਹਿੰਦੇ। ਫਿਰ ਕਾਮ, ਲੱਜਾ, ਹਯਾ ਔਰ ਸ਼ਰਮ ਦੇ ਅੰਦਰ ਕਨਵਰਟ ਹੋ ਜਾਏਗਾ। ਫਿਰ ਹਰ ਇਨਸਾਨ ਆਪਣੀ ਪਤਨੀ ਤੋਂ ਇਲਾਵਾ ਹਰ ਔਰਤ ਨੂੰ ਆਪਣੀ ਬੇਟੀ, ਭੈਣ ਔਰ ਮਾਂ ਦੀ ਤਰ੍ਹਾਂ ਪਿਆਰ ਔਰ ਸਤਿਕਾਰ ਦੇਵੇਗਾ। ਹਰ ਔਰਤ ਆਪਣੇ ਪਤੀ ਤੋਂ ਇਲਾਵਾ ਬਾਕੀ ਹਰ ਇਨਸਾਨ ਨੂੰ ਆਪਣਾ ਪਿਤਾ, ਭਰਾ ਔਰ ਬੇਟੇ ਦੀ ਤਰ੍ਹਾਂ ਆਦਰ, ਮਾਣ ਔਰ ਸਤਿਕਾਰ ਕਰੇਗੀ। ਲੋਭ ਸੰਤੋਖ ਵਿੱਚ ਬਦਲ ਜਾਏਗਾ। ਬੰਦਾ ਕੰਮ ਕਰੇਗਾ ਲੇਕਿਨ ਨਾਜਾਇਜ਼ ਕੁਛ ਨਹੀਂ ਕਰੇਗਾ, ਰਿਸ਼ਵਤਖੋਰੀ, ਚੋਰ ਬਜ਼ਾਰੀ ਨਹੀਂ, ਸੱਚੀ ਕਿਰਤ ਕਰੇਗਾ। ਜਿਹੜਾ ਮੋਹ ਹੈ ਬੰਦੇ ਦੇ ਅੰਦਰ, ਉਹ ਸੈਲਫਿਸ਼ਨੈਸ ਨਹੀਂ ਰਹੇਗੀ, ਉਹ ਪ੍ਰੇਮ ਦਾ ਰੂਪ ਧਾਰਨ ਕਰ ਜਾਏਗਾ, ਪ੍ਰੇਮ ਦੇ ਅੰਦਰ ਕਨਵਰਟ ਹੋ ਜਾਏਗਾ। ਔਰ ਜਿਹੜਾ ਹੰਕਾਰ ਹੈ ਉਹ ਸਵਾਭਿਮਾਨ ਚ ਬਦਲ ਜਾਏਗਾ। ਨਾ ਉਹ ਇਨਫੀਰੀਓਰਿਟੀ ਕੰਪਲੈਕਸ ਵਿੱਚ ਜਾਏਗਾ, ਨਾ ਉਹ ਸੁਪਰੀਓਰਿਟੀ ਕੰਪਲੈਕਸ ਵਿੱਚ ਜਾਏਗਾ। ਹੰਕਾਰ ਨਿਮਰਤਾ ਵਿੱਚ ਬਦਲ ਜਾਏਗਾ, ਹੰਕਾਰ ਸਵਾਭਿਮਾਨ ਚ ਬਦਲ ਜਾਏਗਾ। ਲੋਭ ਸੰਤੋਖ ਵਿੱਚ ਬਦਲ ਜਾਏਗਾ, ਕ੍ਰੋਧ ਵੀਰ ਰਸ ਵਿੱਚ ਬਦਲ ਜਾਏਗਾ। ਇਹ 5 ਜਿਹੜੇ ਵਿਕਾਰ ਦੁੱਖ ਦੇ ਰਹੇ ਸਨ, ਇਹ ਸੁਖਦਾਈ ਹੋ ਜਾਣਗੇ। ਜੀਵਨ ਵਿੱਚ ਆਨੰਦ ਪੈਦਾ ਹੋ ਜਾਏਗਾ।
ਤੇ ਜਿਹੜਾ ਅੰਦਰ ਦਾ ਕੋਰਾਪਣ ਹੈ ਨਾ, ਉਹ ਇਨਸਾਨੀਅਤ ਦ੍ਰਵੀਭੂਤ ਹੋਏਗਾ, ਹਿਰਦਾ ਦਾ ਹਿਰਦਾ ਪਿੰਗ ਲੇਗਾ, ਇਹ ਦੂਜਿਆਂ ਦੇ ਦੁੱਖ ਨੂੰ ਵੇਖ ਕੇ ਦੁਖੀ ਹੋਏਗਾ, ਸੁੱਖ ਨੂੰ ਵੇਖ ਕੇ ਖੁਸ਼ੀ ਹੋਏਗਾ, ਇਹ ਦੂਜਿਆਂ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੋਏਗਾ। ਜ਼ਰੂਰਤ ਵਰਤੋਂ ਦੀ ਹੈ ਨਾ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਇਹ ਮਾਇਆ ਤੇ ਅੱਗ ਦੋਵੇਂ ਇੱਕੋ ਤਰ੍ਹਾਂ ਨੇ, ਇਹਨਾਂ ਦਾ ਵਰਤੋਂ ਜੇ ਕਰੋਗੇ, ਅੱਗ ਦੀ ਵਰਤੋਂ ਗਲਤ ਕਰੋਗੇ ਤੇ ਸਾੜ ਦੇਵੇਗੀ, ਅੱਗ ਦੀ ਵਰਤੋਂ ਠੀਕ ਕਰੋਗੇ ਤੇ ਜੀਵਨ ਦੇਵੇਗੀ। ਇਸੇ ਤਰ੍ਹਾਂ ਮਾਇਆ ਵੀ ਅੱਗ ਵਰਗੀ ਹੈ, ਸੋਚ ਸਾਡੀ, ਇਹਦੀ ਵਰਤੋਂ ਠੀਕ ਕਰੋਗੇ ਤੇ ਖੁਸ਼ੀਆਂ ਦੇਵੇਗੀ, ਜੇ ਸੋਚ ਦੀ ਵਰਤੋਂ ਗਲਤ ਕਰੋਗੇ ਤੇ ਇਨਸਾਨੀਅਤ ਨੂੰ ਸਾੜ ਦੇਵੇਗੀ। ਹੁਣ ਮਾਇਆ ਕੀ ਹੈ? ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ। ਜੇ ਤਾਂ ਮੇਰੀ ਸੋਚ ਹੈ ਕਿ ਤੁਹਾਡੇ ਸਾਰਿਆਂ ਵਿੱਚ ਰੱਬ ਵਸਦਾ ਹੈ, ਮੇਰੇ ਆਪਣੇ ਅੰਦਰ ਵੀ ਰੱਬ ਹੈ, ਯਾਨੀ ਰੱਬ ਦੇ ਗੁਣ ਨੇ, ਜੇ ਮੈਂ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ ਵਰਤੋਂ ਵਿੱਚ ਲਿਆਵਾਂ ਤੇ ਉਹਨਾਂ ਗੁਣਾਂ ਦੀ ਵਰਤੋਂ ਕਰਕੇ ਤੁਹਾਡੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਾਂ, ਤਾਂ ਮੇਰੀ ਇਹ ਸੋਚ ਮੈਨੂੰ ਦੇਵੇਗੀ ਖੁਸ਼ੀ, ਤੁਹਾਨੂੰ ਵੀ ਮੇਰੇ ਤੋਂ ਖੁਸ਼ੀ ਮਿਲੇਗੀ। ਤੇ ਜੇ ਮੈਂ ਰੱਬ ਦੇ ਗੁਣਾਂ ਨੂੰ ਵਿਸਾਰ ਦਿਆਂ, ਨਾ ਤੇ ਆਪਣੇ ਵਿੱਚ ਉਹਨਾਂ ਗੁਣਾਂ ਨੂੰ ਵੇਖਾਂ, ਸਤ ਸੰਤੋਖ ਨੂੰ, ਕਾਮ ਕ੍ਰੋਧ ਨੂੰ ਮੈਂ ਵਰਤਾਂ, ਨਾ ਤੁਹਾਡੇ ਨਾਲ ਉਹੋ ਜਿਹਾ ਵਿਹਾਰ ਕਰਾਂ, ਤਾਂ ਮੇਰੀ ਇਹ ਸੋਚ ਮੇਰੀ ਜ਼ਿੰਦਗੀ ਅੰਦਰ ਦੁੱਖ ਪੈਦਾ ਕਰੇਗੀ। ਤੇ ਇਕੱਲੇ ਮੇਰੇ ਵਿੱਚ ਨਹੀਂ ਕਰੇਗੀ, ਤੁਹਾਡੇ ਜੀਵਨ ਵਿੱਚ ਵੀ ਦੁੱਖ ਪੈਦਾ ਕਰੇਗੀ, ਕਿਉਂਕਿ ਮੇਰਾ ਵਿਹਾਰ ਦੁਖਦਾਈ ਹੋਣਾ ਹੈ। ਮੇਰੀ ਸੋਚ ਦੇ ਅੰਦਰ ਜੇ ਸੈਲਫਿਸ਼ਨੈਸ ਹੈ, ਸਵਾਰਥ ਹੈ, ਤਾਂ ਫਿਰ ਮੈਂ ਹਰ ਸੁੱਖ ਆਪਣੇ ਵਾਸਤੇ ਚਾਹਾਂਗਾ, ਹਰ ਸੁੱਖ ਆਪਣੇ ਲਈ ਚਾਹਾਂਗਾ। ਜੇ ਘਰ 4 ਮੰਜੇ ਡਾਏ ਨੇ, ਪੱਖਾ ਲਾਇਆ, ਤਾਂ ਉਹਦਾ ਮੂੰਹ ਆਪਣੇ ਵੱਲ ਕਰ ਲਵਾਂਗਾ, ਬਾਕੀ ਰਹਿਣ ਗਰਮੀ ਚ, ਮੱਛਰ ਲੜਦਾ ਲੜੇ। ਪਰ ਜੇ ਮੇਰੇ ਜੀਵਨ ਵਿੱਚ ਪ੍ਰੇਮ ਹੈ ਤੇ ਉਹ ਪੱਖੇ ਨੂੰ ਘੁਮਾ ਦਿਆਂਗਾ ਵੀ ਵਾਰੀ ਦੇ ਨਾਲ ਘੁੰਮਦਾ ਰਵੇ, ਸਾਰਿਆਂ ਵੱਲ ਹਵਾ ਵੰਡ ਕੇ ਆ ਜਾਵੇ, ਫਰਕ ਤੇ ਨਹੀਂ ਪੈਣਾ ਨਾ। ਜੇ ਤਾਂ ਮੇਰੀ ਜ਼ਿੰਦਗੀ ਵਿੱਚ ਸਵਾਰਥ ਹੈ ਤੇ ਸਵਾਰਥ ਦੇ ਨਾਲ ਤੇ ਮੈਂ ਆਪ ਸੁੱਖ ਚਾਹਾਂਗਾ, ਤੁਹਾਨੂੰ ਦੁੱਖ ਦਿਆਂਗਾ, ਤਾਂ ਇਹ ਸੋਚ ਮੇਰੀ ਜਿਹੜੀ ਹੈ ਤੁਹਾਡੇ ਨਾਲੋਂ ਮੈਨੂੰ ਤੋੜੇਗੀ, ਮੈਨੂੰ ਦੁਖੀ ਕਰੇਗੀ। ਜੇ ਮੇਰੀ ਜ਼ਿੰਦਗੀ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ, ਜੇ ਤਾਂ ਮੈਂ ਤੁਹਾਡੇ ਨਾਲ ਵੀ ਉਹ ਵਿਹਾਰ ਕਰਾਂ ਜੋ ਮੈਂ ਤੁਹਾਡੇ ਤੋਂ ਆਪਣੇ ਲਈ ਚਾਹਨਾ, ਜਿਹੜੇ ਬੋਲ ਮੈਂ ਤੁਹਾਡੇ ਤੋਂ ਆਪਣੇ ਲਈ ਚਾਹਨਾ ਉਹ ਬੋਲ ਤੁਹਾਡੇ ਨਾਲ ਵੀ ਬੋਲਾਂ, ਸੱਚੇ ਬੋਲ, ਪਿਆਰ ਵਾਲੇ ਬੋਲ, ਤਾਂ ਮੇਰੀ ਜ਼ਿੰਦਗੀ ਵਿੱਚ ਵੀ ਖੁਸ਼ੀ ਹੋਏਗੀ, ਤੁਹਾਨੂੰ ਵੀ ਖੁਸ਼ੀ ਮਿਲੇਗੀ। ਤੇ ਜੇ ਮੈਂ ਤੁਹਾਡੇ ਤੋਂ ਆਪਣੇ ਲਈ ਬੋਲ ਸਤਿਕਾਰ ਵਾਲੇ ਚਾਹਨਾ, ਤੁਹਾਡੇ ਵਾਸਤੇ ਬੋਲ ਨਿਰਾਦਰ ਵਾਲੇ ਬੋਲਣਾ, ਤਾਂ ਉਹ ਮੇਰੀ ਜ਼ਿੰਦਗੀ ਵਿੱਚ ਵੀ ਦੁੱਖ ਅਸ਼ਾਂਤੀ ਪੈਦਾ ਕਰਨਗੇ, ਤੁਹਾਡੇ ਜੀਵਨ ਵਿੱਚ। ਇਸ ਲਈ ਹੁਣ ਇਹ ਸੋਚ ਦਿਮਾਗ ਦੀ ਵਰਤੋਂ ਹੈ ਨਾ, ਅਸੀਂ ਕਿਵੇਂ ਕਰਾਂਗੇ? ਇਸ ਲਈ ਇਹ ਸੁੱਖ ਔਰ ਦੁੱਖ ਸਾਡੇ ਸੋਚ ਤੇ ਡਿਪੈਂਡ ਕਰਨਗੇ, ਸਾਡੇ ਲਏ ਹੋਏ ਫੈਸਲਿਆਂ ਤੇ ਡਿਪੈਂਡ ਕਰਨਗੇ। ਅੱਗ ਆਪਣੇ ਆਪ ਦੇ ਅੰਦਰ ਨਾ ਚੰਗੀ ਹੈ ਨਾ ਮਾੜੀ ਹੈ, ਉਹਦੀ ਵਰਤੋਂ ਉਹਨੂੰ ਚੰਗਿਆਂ ਔਰ ਮਾੜਿਆਂ ਬਣਾਉਂਦੀ ਹੈ। ਸਾਡਾ ਦਿਮਾਗ, ਸਾਡਾ ਮਨ, ਸਾਡੀ ਸੋਚ ਆਪਣੇ ਆਪ ਦੇ ਅੰਦਰ ਚੰਗੀ ਮਾੜੀ ਨਹੀਂ, ਉਹਦੀ ਅਸੀਂ ਵਰਤੋਂ ਕਿਵੇਂ ਕਰਾਂਗੇ, ਉਹਨੂੰ ਚੰਗਿਆਂ ਔਰ ਮਾੜਿਆਂ ਬਣਾਏਗੀ। ਕੰਪਿਊਟਰ ਤੁਹਾਡਾ ਆਪਣੇ ਆਪ ਦੇ ਵਿੱਚ ਚੰਗਾ ਔਰ ਮਾੜਾ ਨਹੀਂ ਹੈ, ਉਹਦੇ ਵਿੱਚ ਤੁਸੀਂ ਲਿਖੋਗੇ ਕੀ, ਉਹਦੇ ਵਿੱਚ ਤੁਸੀਂ ਸੁਣੋਗੇ ਕੀ, ਇੰਟਰਨੈਟ ਤੇ ਖੋਜ ਕੀ ਕਰੋਗੇ, ਉਹ ਡਿਪੈਂਡ ਕਰੇਗਾ ਕਿ ਤੁਸੀਂ ਚੰਗਾ ਖੋਜ ਰਹੇ ਹੋ ਕਿ ਮਾੜਾ ਖੋਜ ਰਹੇ ਹੋ। ਇੱਥੇ ਗੰਦ ਵੀ ਭਰਿਆ ਪਿਆ, ਇੱਥੇ ਸੱਚ ਵੀ ਭਰਿਆ ਪਿਆ। ਸੋਚ ਹੈ ਨਾ, ਤਾਂ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਗੁਰੂ ਜੀ ਕਹਿੰਦੇ ਨੇ ਜਦੋਂ ਭਾਣਾ ਦਾ ਮਤਲਬ ਰੱਬ ਨੂੰ ਚੰਗਾ ਲੱਗਾ, ਭਾਣਾ ਦਾ ਮਤਲਬ ਹੁਕਮ, ਜਦੋਂ ਹੁਕਮ ਹੋਇਆ, ਨਿਯਮ, ਉਦੋਂ ਬੱਚਾ ਜਨਮ ਲੈਂਦਾ ਹੈ। ਜਿਹੜਾ ਬੱਚਾ ਨੇਮ ਦੇ ਅੰਦਰ ਜਨਮ ਲੈ ਰਿਹਾ ਹੈ ਨਾ, ਉਹ ਬੱਚਾ ਤੰਦਰੁਸਤ ਹੋਏਗਾ। ਕਈ ਵਾਰ ਕਿਸੇ ਸਿਸਟਮ ਦੀ ਗੜਬੜ ਕਰਕੇ ਬੱਚਾ 7ਵਾਂ ਜਾਂ 8ਵਾਂ ਜੰਮਦਾ ਹੈ, ਤਾਂ ਉਹਦੇ ਵਾਸਤੇ ਥੋੜੀ ਪ੍ਰੋਬਲਮ ਆਉਂਦੀ ਹੈ ਨਾ, ਉਹਨੂੰ ਬਾਹਰ ਕਿਸੇ ਮਸ਼ੀਨ ਆਦਿ ਵਿੱਚ ਰੱਖਣਾ ਪੈਂਦਾ ਹੈ, ਜਾਂ ਉਹਨੂੰ ਕੋਈ ਹੋਰ ਇਲਾਜ ਦੇਣਾ ਪੈਂਦਾ ਹੈ, ਜਾਂ ਉਸ ਦੀ ਕਈ ਵਾਰ ਮੌਤ ਵੀ ਹੋ ਜਾਂਦੀ ਹੈ, ਜਾਂ ਬਿਮਾਰ ਹੋ ਜਾਂਦਾ ਹੈ। ਜਿਹੜਾ ਬੱਚਾ ਜਨਮ ਸਿਸਟਮ ਵਿੱਚ ਲੈ ਰਿਹਾ ਹੈ,
ਉਹ ਬੱਚਾ ਤੰਦਰੁਸਤ ਹੈ। ਤਾਂ ਜਦੋਂ ਰੱਬ ਦਾ ਹੁਕਮ ਹੋਇਆ, ਹੁਕਮ ਮੀਨ ਸਿਸਟਮ, ਨਿਯਮ, ਉਸ ਨੇਮ ਮੁਤਾਬਕ ਬੱਚੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਭਲਾ ਪਾਇਆ ਦਾ ਮਤਲਬ ਬੜਾ ਚੰਗਾ ਲੱਗਾ, ਖੁਸ਼ੀਆਂ। ਬੱਚਾ ਜਨਮ ਲੈਂਦਾ ਹੈ ਤਾਂ ਪਰਿਵਾਰ ਨੂੰ ਖੁਸ਼ੀ ਹੁੰਦੀ ਹੈ ਨਾ। ਤਾਂ ਇਹ ਜਨਮ ਜਿਹੜਾ ਹੈ ਭਾਣੇ ਵਿੱਚ ਹੈ, ਜਾਂ ਤਿਸ ਭਾਣਾ, ਰੱਬ ਨੂੰ ਚੰਗਾ ਲੱਗਾ। ਭਾਣਾ ਸ਼ਬਦ ਬਣਿਆ ਹੈ ਭਾਨਾ ਤੋਂ, ਭਾਨਾ ਦਾ ਮਤਲਬ ਚੰਗਾ ਲੱਗਣਾ, ਨਿਯਮ। ਜਨਮ ਵੀ ਭਾਣੇ ਵਿੱਚ ਹੈ, ਮੌਤ ਵੀ ਭਾਣੇ ਵਿੱਚ ਹੈ, ਲੇਕਿਨ ਅਸੀਂ ਰੱਬ ਦੇ ਭਾਣੇ ਨੂੰ ਸਿਰਫ ਮੌਤ ਔਰ ਦੁੱਖਾਂ ਦੇ ਨਾਲ ਜੋੜ ਕੇ ਵੇਖਿਆ। ਜਦੋਂ ਕੋਈ ਮੌਤ ਹੋ ਜਾਏ ਨਾ ਘਰ ਵਿੱਚ, ਆਂਢ ਗੁਆਂਢ ਵਿੱਚ, ਤੇ ਅਸੀਂ ਕਹਿੰਦੇ ਹਾਂ ਰੱਬ ਦਾ ਭਾਣਾ ਵਰਤਿਆ। ਹਨੇਰੀ ਆ ਜਾਏ, ਕੋਈ ਨੁਕਸਾਨ ਹੋ ਜਾਏ, ਰੱਬ ਦਾ ਭਾਣਾ। ਬਰਸਾਤ ਆ ਜਾਏ, ਹੜ੍ਹ ਆ ਜਾਣ, ਪਿੰਡ ਰੁੜ ਜਾਣ, ਰੱਬ ਦਾ ਭਾਣਾ। ਐਕਸੀਡੈਂਟ ਹੋ ਜਾਏ, ਲੱਤ ਬਾਂਹ ਟੁੱਟ ਜਾਏ, ਰੱਬ ਦਾ ਭਾਣਾ। ਅਸੀਂ ਇਹਨਾਂ ਚੀਜ਼ਾਂ ਨੂੰ ਭਾਣਾ ਕਹਿੰਦੇ। ਪਰ ਸਾਡੇ ਘਰ ਬੱਚਾ ਜਨਮ ਲਵੇ ਤੇ ਅਸੀਂ ਕਦੀ ਕਾਰਡ ਤੇ ਨਹੀਂ ਲਿਖਾਇਆ ਵੀ ਸਾਡੇ ਘਰ ਰੱਬ ਦਾ ਭਾਣਾ ਵਰਤਿਆ ਤੇ ਰੱਬ ਦੇ ਭਾਣੇ ਵਿੱਚ ਬੱਚੇ ਨੇ ਜਨਮ ਲਿਆ, ਜਾਂ ਸਾਡੇ ਘਰ ਰੱਬ ਦਾ ਭਾਣਾ ਵਰਤਿਆ, ਰੱਬ ਦੇ ਭਾਣੇ ਵਿੱਚ ਆਨੰਦ ਕਾਰਜ ਹੋਣਾ ਹੈ। ਅਸੀਂ ਇਹਨਾਂ ਚੀਜ਼ਾਂ ਨੂੰ ਭਾਣੇ ਵਿੱਚ ਨਹੀਂ ਸਮਝਦੇ ਨਾ। ਕਿਉਂ? ਕਿ ਅਸੀਂ ਭਾਣੇ ਨੂੰ ਸਮਝੇ ਹੀ ਗਲਤ ਹੈ, ਭਾਣੇ ਦਾ ਅਰਥ ਹੀ ਨਹੀਂ ਸਮਝ ਪਾਏ। ਭਾਣੇ ਦਾ ਮਤਲਬ ਸਿਸਟਮ, ਭਾਣੇ ਦਾ ਮਤਲਬ ਨਿਯਮ। ਨਿਯਮ ਦੇ ਅੰਦਰ ਜਨਮ ਹੈ, ਨਿਯਮ ਦੇ ਅੰਦਰ ਹੀ ਮੌਤ ਹੈ, ਨਿਯਮ ਦੇ ਅੰਦਰ ਖੁਸ਼ੀਆਂ ਨੇ, ਨਿਯਮਾਂ ਦੇ ਅੰਦਰ ਹੀ ਚਿੰਤਾਵਾਂ ਔਰ ਦੁੱਖ ਨੇ। ਜੇ ਸਹੀ ਰਾਸਤੇ ਤੇ ਚੱਲ ਰਹੇ ਹੋ, ਤੁਸੀਂ ਡੈਸਟੀਨੇਸ਼ਨ ਤੇ ਪਹੁੰਚ ਜਾਓਗੇ। ਇਹ ਨਿਯਮ ਹੈ। ਤੇ ਦੂਜਾ ਨਿਯਮ ਇਹ ਹੈ ਕਿ ਜੇ ਡਾਇਰੈਕਸ਼ਨ ਗਲਤ ਤੇ ਚੱਲ ਰਹੇ ਹੋ ਤਾਂ ਡੈਸਟੀਨੇਸ਼ਨ ਤੇ ਕਦੇ ਨਹੀਂ ਪਹੁੰਚੋਗੇ। ਨਿਯਮ ਤੇ ਹੈ ਹੀ ਹੈ ਨਾ, ਚੱਲ ਤੇ ਨਿਯਮ ਵਿੱਚ ਹੀ ਰਹੇ ਹੋ, ਲੇਕਿਨ ਡਾਇਰੈਕਸ਼ਨ ਗਲਤ ਹੈ ਤਾਂ ਗਲਤ ਡਾਇਰੈਕਸ਼ਨ ਤੇ ਨਹੀਂ ਨਾ ਪਹੁੰਚ ਪਾਓਗੇ। ਇਸ ਲਈ ਜਨਮ ਵੀ ਭਾਣੇ ਵਿੱਚ ਹੈ, ਮੌਤ ਵੀ ਭਾਣੇ ਵਿੱਚ ਹੈ, ਖੁਸ਼ੀਆਂ ਭਾਣੇ ਵਿੱਚ ਨੇ, ਦੁੱਖ ਭਾਣੇ ਵਿੱਚ ਨੇ। ਭਾਣੇ ਨੂੰ ਸਮਝਣ ਦੀ ਲੋੜ ਹੈ, ਉਸ ਨਿਯਮ ਨੂੰ ਵਰਤਣ ਦੀ ਲੋੜ ਹੈ ਕਿ ਨਿਯਮ ਨੂੰ ਖੁਸ਼ੀ ਵਾਸਤੇ ਵਰਤੋਗੇ ਜਾਂ ਕਿ ਉਸ ਨਿਯਮ ਨੂੰ ਦੁੱਖ ਵਾਸਤੇ ਵਰਤੋਗੇ। ਇਹ ਹੱਥ ਨੇ ਨਾ, ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਸਹਿਯੋਗ ਕਰੋ, ਕਿਸੇ ਦੀ ਹੈਲਪ ਕਰੋ, ਉਸ ਬੰਦੇ ਨੂੰ ਵੀ ਖੁਸ਼ੀ ਹੋਏਗੀ, ਤੁਹਾਨੂੰ ਵੀ ਖੁਸ਼ੀ ਹੋਏਗੀ। ਤੇ ਇਸ ਹੱਥ ਦੇ ਨਾਲ ਕਿਸੇ ਦੀ ਚੀਜ਼ ਖੋਹੋ, ਝਪੱਟਾ ਮਾਰੋ, ਡਾਕਾ ਮਾਰੋ, ਉਸ ਬੰਦੇ ਨੂੰ ਵੀ ਦੁੱਖ ਹੋਏਗਾ ਤੇ ਤੁਸੀਂ ਵੀ ਜੇਲ੍ਹ ਵਿੱਚ ਜਾਓਗੇ। ਹੱਥ ਤੇ ਉਹੀ ਨੇ ਨਾ। ਜ਼ਬਾਨ, ਇਹਦੇ ਨਾਲ ਪਿਆਰ ਵਾਲੇ ਬੋਲ ਬੋਲੋ, ਤੁਹਾਨੂੰ ਵੀ ਖੁਸ਼ੀ, ਅਗਲੇ ਨੂੰ ਵੀ ਖੁਸ਼ੀ। ਇਹਦੇ ਨਾਲ ਗਾਲੀ ਗਲੋਚ ਕਰੋ, ਤੁਹਾਨੂੰ ਵੀ ਦੁੱਖ, ਅਗਲੇ ਨੂੰ ਵੀ ਦੁੱਖ। ਤਾਂ ਲੋੜ ਤਾਂ ਵਰਤੋਂ ਕਰਨ ਦੀ ਹੈ ਨਾ। ਇਹਦਾ ਮਤਲਬ ਜੈਸੀ ਅਸੀਂ ਜ਼ਿੰਦਗੀ ਦੀ ਵਰਤੋਂ ਕਰਾਂਗੇ ਵੈਸਾ ਹੀ ਸਾਨੂੰ ਮਿਲੇਗਾ। ਇਹ ਸਿਸਟਮ ਹੈ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੇ ਰਜਾ ਦੇ ਅੰਦਰ ਬੱਚਾ ਜਨਮ ਲੈਂਦਾ ਹੈ ਤੇ ਪਰਿਵਾਰ ਨੂੰ ਬੜਾ ਚੰਗਾ ਲੱਗਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਬੱਚੇ ਨੇ ਜਨਮ ਲਿਆ ਹੈ, ਲਿਵ ਛੁੜਕੀ, ਜਿਹਦੀ ਲਿਵ ਰੱਬ ਨਾਲੋਂ, ਸੱਚ ਨਾਲੋਂ ਟੁੱਟ ਜਾਏ, ਲਗਨ ਟੁੱਟ ਜਾਏ ਸੱਚ ਨਾਲੋਂ। ਗੁਰੂ ਜੀ ਕਹਿ ਆਏ ਨੇ ਨਾ ਪਹਿਲਾਂ, ਗੁਰਮੁਖ ਸਦਾ ਸੰਭਾਲੀਏ, ਕਿ ਰੱਬ ਨੂੰ ਯਾਦ ਰੱਖੋ। ਜਿਹੜਾ ਬੱਚਾ ਜਨਮ ਲੈ ਰਿਹਾ ਹੈ ਉਹ ਨਿਯਮ ਦੇ ਅੰਦਰ ਜਨਮਿਆ ਹੈ, ਨਿਯਮ ਤੋਂ ਬਾਹਰ ਨਹੀਂ। ਲਿਵ ਛੁੜਕੀ, ਲਿਵ ਦਾ ਮਤਲਬ ਲਗਨ। ਜਿਸ ਵੀ ਮਨੁੱਖ ਦੀ ਲਗਨ ਰੱਬੀ ਗੁਣਾਂ ਦੇ ਨਾਲੋਂ ਟੁੱਟ ਜਾਂਦੀ ਹੈ, ਜਿਸ ਵੀ ਮਨੁੱਖ ਦੀ ਲਗਨ ਰੱਬੀ ਨੇਮ ਨਿਯਮਾਵਲੀ ਦੇ ਨਾਲ ਨਹੀਂ ਰਹਿੰਦੀ, ਲੱਗੀ ਤ੍ਰਿਸ਼ਨਾ, ਉਹਦੀ ਜ਼ਿੰਦਗੀ ਦੇ ਅੰਦਰ ਤ੍ਰਿਸ਼ਨਾ ਪੈਦਾ ਹੋ ਜਾਂਦੀ। ਲਿਵ ਹੀ ਹੈ ਨਾ, ਸੰਤੋਖ ਦੇ ਨਾਲ ਲੱਗੀ ਸੀ, ਸੱਚ ਦੇ ਨਾਲ ਲਿਵ ਸੀ, ਦਇਆ ਦੇ ਨਾਲ ਲਗਨ ਸੀ ਤਾਂ ਖੁਸ਼ੀ ਸੀ। ਜੇ ਸੰਤੋਖ ਦੇ ਨਾਲੋਂ ਲਗਨ ਟੁੱਟ ਜਾਏਗੀ ਫਿਰ ਕੀ ਹੋਏਗਾ? ਫਿਰ ਤ੍ਰਿਸ਼ਨਾ ਹੀ ਆਏਗੀ ਨਾ। ਜਿਹੜੀ ਚੀਜ਼ ਅਸੀਂ ਪਾਸੇ ਕਰ ਦਿੰਨੇ ਆ ਉਸ ਜਗ੍ਹਾ ਤੇ ਦੂਜੀ ਚੀਜ਼ ਆਟੋਮੈਟਿਕਲੀ ਆ ਜਾਂਦੀ ਹੈ। ਖੇਤ ਦੇ ਵਿੱਚ ਤੁਸੀਂ ਫਸਲ ਨਾ ਬੀਜੋ, ਖੇਤ ਨੂੰ ਨਾ ਵਾਓ, ਫਸਲ ਨਾ ਬੀਜੋ ਤਾਂ ਫਿਰ ਕੀ ਹੋਏਗਾ?
ਉੱਥੇ ਘਾਸ ਫੂਸ ਆਪੇ ਹੀ ਉੱਗ ਜਾਏਗਾ ਨਾ, ਕਿਉਂਕਿ ਕੁਦਰਤ ਦਾ ਨਿਯਮ ਹੈ, ਕੁਦਰਤ ਨੇ ਕੁਛ ਨਾ ਕੁਛ ਤੇ ਪੈਦਾ ਕਰਨਾ ਹੈ। ਕੁਦਰਤ ਕਿਸੇ ਚੀਜ਼ ਨੂੰ ਖਾਲੀ ਨਹੀਂ ਰਹਿਣ ਦਿੰਦੀ। ਅਸੀਂ ਗਲਾਸ ਦੇ ਵਿੱਚੋਂ ਪਾਣੀ ਬਾਹਰ ਕੱਢਨੇ ਆ, ਨਾਲ ਹੀ ਉੱਥੇ ਹਵਾ ਭਰ ਜਾਂਦੀ, ਦੂਜੀ ਚੀਜ਼ ਉਹਦੀ ਜਗ੍ਹਾ ਲੈ ਲੈਂਦੀ। ਜੇ ਸਫਾਈ ਨਹੀਂ ਰੱਖੋਗੇ ਤਾਂ ਗੰਦਗੀ ਆਪੇ ਪੈ ਜਾਏਗੀ। ਸਫਾਈ ਰੱਖਣ ਲਈ ਯਤਨ ਕਰਨਾ ਪੈਣਾ ਹੈ, ਗੰਦਗੀ ਪਾਉਣ ਲਈ ਯਤਨ ਕਰਨ ਦੀ ਲੋੜ ਨਹੀਂ, ਆਪ ਹੀ ਪੈਂਦੀ ਰਹਿੰਦੀ ਹੈ। ਤੁਸੀਂ ਕੋਈ ਮਕਾਨ 2-4 ਸਾਲ ਬੰਦ ਰੱਖੋ, ਹਾਲਾਂਕਿ ਬੂਹੇ ਬਾਰੀਆਂ ਬੰਦ ਨੇ, ਪਰ 2-4 ਸਾਲ ਬਾਅਦ ਖੋਲੋਗੇ ਤੇ ਕੀ ਹੋਏਗਾ? ਉੱਥੇ ਗੰਦਗੀ ਪਈ ਹੋਏਗੀ ਨਾ, ਅਸੀਂ ਪਾਈ ਨਹੀਂ। ਦਰਵਾਜ਼ੇ ਬੰਦ ਕੀਤੇ ਸਨ, ਪਰਦੇ ਤਾਣੇ ਸਨ ਵੀ ਇੱਥੇ ਗੰਦਗੀ ਨਾ ਪਵੇ, ਪਰ ਵੇਖੋਗੇ ਸਾਰਾ ਕੁਝ ਗੰਦਗੀ ਹੋਈ ਹੋਏਗੀ ਨਾ, ਆਟੋਮੈਟਿਕਲੀ ਪਵੇਗੀ। ਜੇ ਸੱਚ ਦੇ ਨਾਲ ਲਿਵ ਨਹੀਂ, ਸੰਤੋਖ ਦੇ ਨਾਲ ਲਗਨ ਨਹੀਂ, ਸੰਤੋਖ ਵਾਸਤੇ, ਸੱਚ ਵਾਸਤੇ ਯਤਨ ਨਹੀਂ ਕਰ ਰਹੇ ਹੋ, ਇੱਕ ਦੂਜੇ ਨਾਲ ਪਿਆਰ ਲਈ ਰਹਿਣ ਲਈ ਯਤਨ ਨਹੀਂ ਕਰ ਰਹੇ ਹੋ, ਤਾਂ ਤ੍ਰਿਸ਼ਨਾ ਆਟੋਮੈਟਿਕਲੀ ਆ ਜਾਏਗੀ, ਈਰਖਾ ਆਪੇ ਹੀ ਆ ਜਾਏਗੀ। ਜੇ ਨਿਮਰਤਾ ਨਾਲ ਰਹਿਣ ਦੀ ਟਰਾਈ ਨਹੀਂ ਨਾ ਕਰ ਰਹੇ, ਹੰਕਾਰ ਆਪੇ ਹੀ ਆ ਜਾਣਾ ਹੈ। ਜੇ ਮਿੱਠੇ ਬੋਲ ਦੂਜੇ ਨਾਲ ਕਿਸੇ ਜੀ ਕਰਕੇ ਤੁਸੀਂ ਨਹੀਂ ਬੋਲਦੇ, ਪਿਆਰ ਦੇ ਨਾਲ ਨਹੀਂ ਬੋਲਦੇ, ਤਾਂ ਓਏ ਓਏ ਤੇ ਨਿਰਾਦਰੀ ਵਾਲੇ ਬੋਲ ਆਪੇ ਹੀ ਆਈ ਜਾਣੇ ਨੇ, ਬੋਲ ਆਪੇ ਹੀ ਖਰਵੇ ਹੋਈ ਜਾਣੇ ਨੇ, ਕਿਉਂਕਿ ਟਰਾਈ ਨਹੀਂ ਨਾ ਕਰ ਰਹੇ ਚੰਗੇ ਬੋਲਾਂ। ਇਸ ਲਈ ਜਿਸ ਦੀ ਵੀ ਲਗਨ ਹੈ ਇਸ ਦੁਨੀਆ ਵਿੱਚ, ਕੇਵਲ ਜਨਮ ਲੈਣ ਵਾਲੇ ਬੱਚੇ ਦੀ ਗੱਲ ਨਹੀਂ ਹੈ, ਟੋਟਲ ਜਿਹਦੀ ਵੀ ਲਗਨ ਸੱਚ ਦੇ ਨਾਲੋਂ ਟੁੱਟ ਜਾਏਗੀ, ਲੱਗੀ ਤ੍ਰਿਸ਼ਨਾ, ਉਹਦੇ ਅੰਦਰ ਤ੍ਰਿਸ਼ਨਾ ਪੈਦਾ ਹੋ ਜਾਏਗੀ। ਮਾਇਆ ਅਮਰ ਵਰਤਾਇਆ, ਅਮਰ ਦਾ ਮਤਲਬ ਹੁਕਮ, ਉਸ ਬੰਦੇ ਦੇ ਉੱਤੇ ਮਾਇਆ ਆਪਣਾ ਹੁਕਮ ਵਰਤਾ ਦੇਵੇਗੀ, ਲਾਗੂ ਹੋ ਜਾਏਗੀ। ਕਿਹੜੀ ਮਾਇਆ? ਰੱਬ ਵਿਸਰ ਜਾਏਗਾ, ਬੰਦਾ ਬੰਦੇ ਨੂੰ ਰੱਬ ਦਾ ਰੂਪ ਨਹੀਂ ਜਾਣੇਗਾ, ਕਿਉਂਕਿ ਟਰਾਈ ਨਹੀਂ ਨਾ ਕੀਤੀ। ਮੋਹ ਪੈਦਾ ਹੋ ਜਾਏਗਾ, ਸਵਾਰਥ ਪੈਦਾ ਹੋ ਜਾਏਗਾ, ਸੈਲਫਿਸ਼ਨੈਸ ਪੈਦਾ ਹੋ ਜਾਏਗੀ, ਪਰਉਪਕਾਰ ਦੀ ਭਾਵਨਾ ਨਹੀਂ ਰਹੇਗੀ, ਭਾਉ ਦੂਜਾ ਲਾਇਆ, ਅੰਦਰੋਂ ਹੋਰ ਤੇ ਬਾਹਰੋਂ ਬੰਦਾ ਹੋਰ ਹੋ ਜਾਏਗਾ। ਜੇ ਟਰਾਈ ਨਹੀਂ ਕਰਾਂਗੇ ਨਾ ਅੰਦਰੋਂ ਬਾਹਰੋਂ ਇੱਕ ਹੋਣ ਦੀ, ਕਥਨੀ ਔਰ ਕਰਨੀ ਦੇ ਪੂਰੇ ਹੋਣ ਦੀ ਟਰਾਈ ਨਹੀਂ ਕਰਾਂਗੇ, ਚਾਹੇ ਉਹ ਮੈਂ ਹਾਂ ਜਾਂ ਤੁਸੀਂ ਹੋ, ਕੋਈ ਵੀ ਹੈ, ਜੇ ਮੈਂ ਟਰਾਈ ਨਾ ਕਰਾਂ ਕਿ ਜੋ ਕੁਛ ਮੈਂ ਇਹਨਾਂ ਵੀਰਾਂ ਭੈਣਾਂ ਦੇ ਨਾਲ ਵਿਚਾਰ ਕਰ ਰਿਹਾ, ਮੈਂ ਐਵੇਂ ਦਾ ਇਹਨਾਂ ਨਾਲ ਵਰਤਣਾ ਵੀ ਹੈ, ਜੇ ਮੈਂ ਇਸ ਚੀਜ਼ ਦੀ ਟਰਾਈ ਨਾ ਕਰਾਂ, ਜੇ ਮੈਂ ਇਹਦੇ ਵਾਸਤੇ ਉਦਮ ਨਾ ਕਰਾਂ, ਤਾਂ ਫਿਰ ਕੀ ਹੋਏਗਾ? ਫਿਰ ਮੈਂ ਆਪਣੇ ਬੱਚਿਆਂ ਨਾਲ, ਆਪਣੀਆਂ ਭੈਣਾਂ ਭਰਾਵਾਂ ਨਾਲ ਵਿਹਾਰ ਹੋਰ ਕਰਾਂਗਾ, ਤੁਹਾਡੇ ਨਾਲ ਮਾੜਾ ਕਰਾਂਗਾ, ਕਿਉਂਕਿ ਮੈਂ ਟਰਾਈ ਨਹੀਂ ਨਾ ਕਰ ਰਿਹਾ। ਫਿਰ ਮੇਰੇ ਉੱਤੇ ਇਸ ਮਾਇਆ ਵਾਲੀ ਸੋਚ ਦਾ ਪ੍ਰਭਾਵ ਪੈਣਾ ਹੈ। ਕਦੋਂ? ਲਿਵ ਛੁੜਕੀ, ਜਦੋਂ ਮੇਰੀ ਲਗਨ ਸੱਚ ਨਾਲੋਂ ਟੁੱਟ ਜਾਏਗੀ, ਜਦੋਂ ਮੇਰੀ ਲਗਨ ਗੁਰੂ ਦੇ ਗਿਆਨ ਨਾਲੋਂ ਟੁੱਟ ਜਾਏਗੀ, ਜਦੋਂ ਮੈਂ ਗੁਰਬਾਣੀ ਪੜ੍ਹਨਾ, ਸੁਣਨਾ, ਸਮਝਣਾ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਾ ਛੱਡ ਦਿਆਂਗਾ, ਫਿਰ ਮੇਰੇ ਉੱਤੇ ਮਾੜੀ ਸੋਚ ਦਾ ਪ੍ਰਭਾਵ ਪੈ ਜਾਣਾ, ਫਿਰ ਮੇਰੇ ਤੇ ਮਾੜੀ ਸੰਗਤ ਦਾ ਪ੍ਰਭਾਵ ਵੀ ਪੈ ਜਾਏਗਾ, ਝੂਠ ਦਾ ਪ੍ਰਭਾਵ ਪੈ ਜਾਏਗਾ, ਮੈਂ ਸ਼ਰਾਬ ਵੀ ਪੀਣੀ ਸ਼ੁਰੂ ਕਰ ਦਿਆਂਗਾ, ਮੈਂ ਜੂਆ ਵੀ ਖੇਲਣਾ ਸ਼ੁਰੂ ਕਰ ਦਿਆਂਗਾ, ਮੈਂ ਘਰਦਿਆਂ ਵਿੱਚ ਕਲੇਸ਼ ਵੀ ਪਾਵਾਂਗਾ, ਸਾਰਾ ਕੁਝ ਹੋ ਜਾਏਗਾ, ਕਿਉਂਕਿ ਲਿਵ ਛੁੜਕ ਗਈ ਨਾ, ਮਾਇਆ ਵਰਤ ਗਈ। ਤਾਂ ਇਹ ਮਾਇਆ ਕਿਉਂ ਵਰਤ ਗਈ? ਸੋਚ ਮਾੜੀ ਕਿਉਂ ਹੋ ਗਈ? ਕਿਉਂ ਕਿ ਲਿਵ ਛੁੜਕੀ, ਸਾਡਾ ਹੀ ਲਿਵ ਨਹੀਂ ਰਹੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਸੱਚੀ ਲਗਨ ਤੋਂ ਬਿਨਾ ਇਹ ਦੇਹੀ ਵਿਅਰਥ ਹੋ ਜਾਏਗੀ। ਇਸ ਲਈ ਲਿਵ ਵਾਸਤੇ ਆਪਣਾ ਕੋਈ ਆਦਰਸ਼ ਬਣਾਉਣਾ ਹੈ। ਆਦਰਸ਼ ਦਾ ਮਤਲਬ ਏਮ, ਆਦਰਸ਼ ਦਾ ਮਤਲਬ ਗੋਲ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ ਤੌਰ ਤੇ ਏਮ, ਗੋਲ, ਉਹਦੇ ਨਾਲ ਆਪਣੀ ਲਗਨ ਲਾ ਕੇ ਰੱਖਣੀ ਹੈ। ਤੇ ਜੇ ਲਗਨ ਨਹੀਂ ਤਾਂ ਫਿਰ ਕੁਝ ਵੀ ਨਹੀਂ। ਹੁਣ ਅਗਲੀ ਪੰਕਤੀ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਮਾਇਆ ਕੀ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਮਾਇਆ ਹੈ ਹੀ ਐਸੀ, ਸੋਚ ਹੈ ਹੀ ਐਸੀ ਕਿ ਇਸ ਤਰ੍ਹਾਂ ਹੀ ਰੱਬ ਭੁੱਲ ਜਾਂਦਾ ਹੈ, ਯਾਦ ਹੀ ਨਹੀਂ ਰਹਿੰਦਾ ਕਿ ਮੇਰੇ ਵਿੱਚ ਰੱਬ ਹੈ, ਮੈਂ ਰੱਬ ਦਾ ਰੂਪ ਹਾਂ, ਯਾਦ ਹੀ ਨਹੀਂ ਰਹਿੰਦਾ ਕਿ ਮੇਰੇ ਸਾਹਮਣੇ ਮੇਰੀਆਂ ਭੈਣਾਂ ਵੀਰ ਬੈਠੇ ਨੇ, ਰੱਬ ਦਾ ਹੀ ਰੂਪ ਨੇ, ਹੈ ਕਿਸੇ ਨੂੰ ਯਾਦ? ਵੈਸੇ ਅਸੀਂ ਕਹਿੰਦੇ ਆ ਸਭ ਮੈਂ ਜੋਤ ਜੋਤ ਐ ਸੋਏ,
ਇਹ ਤੇ ਜ਼ਬਾਨੀ ਹੈ ਨਾ। ਮਾਨਸਿਕਤਾ ਦੇ ਵਿੱਚ ਹੋਵੇ ਤਾਂ ਫਿਰ ਮੈਂ ਤੁਹਾਡੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਾਂਗਾ ਨਾ। ਕਿਸੇ ਨੂੰ ਹੈ ਯਾਦ ਕਿ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਨਾ ਹੈ? ਜਦੋਂ ਅਸੀਂ ਵਿਹਾਰ ਕਰਨੇ ਆ ਭੁੱਲ ਜਾਂਦੇ ਆ, ਮੋਹ ਉਪਜੇ, ਸਾਡੇ ਅੰਦਰ ਸਵਾਰਥ ਪੈਦਾ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ। ਅਸੀਂ ਗੰਨਾ ਖਰੀਦਨੇ ਆ ਜਾਂ ਕੁਮਾਰ ਚੋਂ ਗੰਨਾ ਤੋੜਦੇ ਆ, ਤੇ ਗੰਨਾ ਤੋੜ ਕੇ ਪਤਾ ਹੀ ਨਹੀਂ ਲੱਗਿਆ ਵੀ ਜੜ੍ਹਾਂ ਵਾਲਾ ਪਾਸਾ ਆਪ ਕਦੋਂ ਰੱਖ ਲਿਆ ਤੇ ਉਤਲਾ ਦੂਜੇ ਨੂੰ ਦੇ ਦਿੱਤਾ। ਹੁਣ ਜੜ੍ਹਾਂ ਵਾਲੇ ਪਾਸੇ ਮਿੱਠਾ ਜ਼ਿਆਦਾ ਹੁੰਦਾ ਨਾ, ਤੁਹਾਨੂੰ ਪਤਾ ਹੀ ਹੈ। ਹਰ ਬੰਦਾ ਚਾਹੁੰਦਾ ਵੀ ਥੱਲੇ ਵਾਲਾ ਪਾਸਾ ਮੈਨੂੰ ਮਿਲੇ। ਗੰਨਾ ਤੇ ਤੋੜਿਆ, ਦੂਜੇ ਨੂੰ ਗੰਨਾ ਦਿੱਤਾ ਵੀ, ਅਗਲਾ ਸਮਝਦਾ ਕਿ ਮੇਰੇ ਨਾਲ ਪ੍ਰੇਮ ਵੀ ਕਰ ਰਿਹਾ, ਪਰ ਇਹ ਨਹੀਂ ਨਾ ਪਤਾ ਵੀ ਜੜ ਵਾਲਾ ਪਾਸਾ ਆਪ ਰੱਖੀ ਬੈਠਾ। ਅਸੀਂ ਛੱਲੀ ਲਈ, ਖਾਦੀ ਤੇ ਅੱਧੀ ਅੱਧੀ, ਤੇ ਕਿਹੜਾ ਪਾਸਾ ਦੂਜੇ ਨੂੰ ਦਿਓਗੇ? ਪਤਾ ਹੀ ਨਹੀਂ ਨਾ ਲੱਗਦਾ ਕਦੋਂ ਅਸੀਂ ਸਵਾਰਥ ਵਿੱਚ ਪੈ ਜਾਂਦੇ ਹਾਂ। ਪਤਾ ਹੀ ਨਹੀਂ ਲੱਗਾ ਵੀ ਰਾਤ ਨੂੰ ਕੋਈ ਮਹਿਮਾਨ ਆਇਆ, ਸੌਣਾ ਵਿੱਚ ਜਿਹੜੀ ਭਾਰੀ ਥੋੜੀ ਜਿਹੀ ਰਜਾਈ ਆਪ ਲੈ ਲਈ ਤੇ ਅਗਲੇ ਨੂੰ ਛੋਟਾ ਹੌਲਾ ਕੰਬਲ ਦੇ ਦਿੱਤਾ। ਕਰਦੇ ਆ ਨਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ। ਇਸੇ ਨੂੰ ਮਾਇਆ ਕਹਿੰਦੇ ਨੇ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੇ, ਸੈਲਫਿਸ਼ਨੈਸ ਪੈਦਾ ਹੋ ਜਾਂਦੀ ਹੈ ਵਿਹਾਰ ਵਿੱਚ, ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਭਾਉ ਦੂਜਾ ਲਾਇਆ, ਮੇਰ ਤੇਰ ਦੇ ਵਿਤਕਰੇ ਪੈਦਾ ਹੋ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ। ਆਪਣੇ ਬੱਚਿਆਂ ਨਾਲ ਵਿਹਾਰ ਚੰਗਾ ਤੇ ਦੂਜਿਆਂ ਦੇ ਨਾਲ ਮਾੜਾ ਕਦੋਂ ਕਰਨ ਲੱਗ ਪੈਂਦੇ ਆ। ਅੰਦਰੋਂ ਹੋਰ ਤੇ ਬਾਹਰੋਂ ਹੋਰ ਕਦੋਂ ਹੋ ਜਾਂਦੇ ਆ, ਸਮਝ ਹੀ ਨਹੀਂ ਲੱਗਦੀ। ਇਹ ਮਾਇਆ ਹੈ, ਇਹਨੂੰ ਕਹਿੰਦੇ ਨੇ ਮਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ। ਤੇ ਅਗਲੀ ਪੰਕਤੀ ਵਿੱਚ ਗੁਰਦੇਵ ਜੀ ਕਹਿੰਦੇ ਨੇ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਕਿ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਗਿਆਨ ਰਾਹੀਂ ਜਿਨ੍ਹਾਂ ਦੀ ਸੱਚ ਦੇ ਵਿੱਚ ਲਗਨ ਲੱਗ ਗਈ, ਤਿਨੀ ਵਿਛੇ ਮਾਇਆ ਪਾਇਆ, ਉਹਨਾਂ ਨੇ ਇਸ ਮਾਇਆ ਦੇ ਵਿੱਚ ਹੀ ਰੱਬ ਨੂੰ ਪਾ ਲਿਆ। ਸੋਚ, ਇਹ ਸੋਚ ਨੂੰ ਹੀ ਬਦਲ ਲਿਆ। ਸੋਚ ਹੀ ਹੈ ਨਾ, ਸੋਚ ਵਿੱਚ ਹੀ ਮਾਇਆ ਸੀ, ਸੋਚ ਵਿੱਚ ਹੀ ਰੱਬ ਸੀ। ਉਹਨਾਂ ਨੇ ਸੋਚ ਦੇ ਵਿੱਚੋਂ ਹੀ ਰੱਬ ਨੂੰ ਪਾ ਲਿਆ। ਰੱਬ ਬਾਹਰ ਨਹੀਂ ਹੈ, ਲੋਕ ਰੱਬ ਨੂੰ ਬਾਹਰ ਲੱਭਦੇ ਫਿਰਦੇ ਨੇ। ਸੋਚ ਬਦਲਣ ਦੀ ਲੋੜ ਹੈ। ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਗੁਰੂ ਦੀ ਰਹਿਮਤ ਨਾਲ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਸਮਝ ਕੇ, ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਕੇ, ਜਿਨ੍ਹਾਂ ਦੀ ਲਿਵ ਗੁਰੂ ਦੀ ਵਿਚਾਰਧਾਰਾ ਨਾਲ ਲੱਗ ਗਈ, ਜਿਨ੍ਹਾਂ ਦਾ ਪ੍ਰੇਮ ਗੁਰੂ ਦੀ ਵਿਚਾਰਧਾਰਾ ਨਾਲ, ਗੁਰੂ ਦੇ ਦਿੱਤੇ ਵੇ ਆਫ ਲਾਈਫ ਦੇ ਨਾਲ ਲੱਗ ਗਿਆ, ਉਹਨਾਂ ਨੇ ਇਸ ਸੰਸਾਰ ਵਿੱਚ ਰਹਿੰਦਿਆਂ ਹੀ ਰੱਬ ਨੂੰ ਪਾ ਲਿਆ। ਆਪਣੀ ਸੋਚ ਦੇ ਵਿੱਚੋਂ ਹੀ ਰੱਬ ਨੂੰ ਪ੍ਰਗਟ ਕਰ ਲਿਆ। ਉਹਨਾਂ ਦੀ ਸੋਚ ਬਦਲ ਗਈ। ਦੇਖੋ ਹੁਣ ਕਿੰਨਾ ਔਖਾ ਕੰਮ ਹੈ। ਇੱਥੇ ਨਾ ਤੇ ਸਮਾਧੀ ਲਾਉਣ ਦੀ ਕੋਈ ਗੱਲ ਕਹੀ ਹੈ, ਨਾ ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੀ ਗੱਲ ਕਹੀ, ਨਾ ਤੁਹਾਨੂੰ ਜੰਗਲਾਂ ਵਿੱਚ ਜਾਣ ਲਈ ਕਿਹਾ ਹੈ, ਨਾ ਕੋਈ ਕਾਰੋਬਾਰ ਛੱਡਣ ਵਾਸਤੇ ਕਿਹਾ ਹੈ, ਨਾ ਰਿਸ਼ਤੇ ਨਾਤੇ ਤੋੜਨ ਲਈ ਕਿਹਾ ਹੈ। ਸੋਚ ਬਦਲਣੀ ਹੈ ਨਾ। ਤੇ ਜੇ ਬੰਦਾ ਸੋਚ ਵੀ ਨਾ ਬਦਲੇ, ਵਿਹਾਰ ਨਾ ਬਦਲੇ, ਤਾਂ ਫਿਰ ਤਾਂ ਭਾਈ ਇੰਪੋਸੀਬਲ ਹੈ। ਸੋਚ ਬਦਲਣ ਤੋਂ ਬਿਨਾ ਇੰਪੋਸੀਬਲ ਹੈ, ਫਿਰ ਅਸੰਭਵ ਹੈ। ਲੇਕਿਨ ਜੇ ਬੰਦਾ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣ ਲਈ ਤਿਆਰ ਹੈ ਤਾਂ ਬਿਲਕੁਲ ਆਸਾਨ ਹੈ ਰੱਬ ਵਰਗਾ ਹੋਣਾ। ਬਿਲਕੁਲ ਆਸਾਨ ਨੇ ਖੁਸ਼ੀਆਂ ਪਾਣੀਆਂ। ਬੜੀ ਸੌਖੀ ਹੈ ਇਹ ਜ਼ਿੰਦਗੀ, ਜਿਹਨੂੰ ਹਰ ਬੰਦਾ ਆਪ ਔਖੀ ਬਣਾ ਬੈਠਾ ਹੈ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਸਮਝੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਆਪਣੇ ਜੀਵਨ ਦੇ ਅੰਦਰ ਆਨੰਦ ਪੈਦਾ ਕਰ ਸਕੀਏ। ਸਾਡੇ ਜੀਵਨ ਦੇ ਅੰਦਰ ਆਨੰਦ ਪੈਦਾ ਹੋ ਸਕਦਾ ਹੈ, ਅਸੀਂ ਆਨੰਦ ਮਾਣ ਸਕਦੇ ਹਾਂ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ। ਇਹ ਆਨੰਦ ਹਰ ਥਾਂ ਤੇ ਹਰ ਸਮੇਂ ਫੈਲਿਆ ਹੋਇਆ ਹੈ। ਇਸ ਆਨੰਦ ਨੂੰ ਹਰ ਬੰਦਾ ਹਰ ਸਮੇਂ ਹਰ ਥਾਂ ਤੇ ਮਾਣ ਸਕਦਾ ਹੈ। ਰੱਬ ਤੁਹਾਡੇ ਅੰਦਰ ਹੈ, ਜਦੋਂ ਮਰਜ਼ੀ ਤੁਸੀਂ ਉਹਨੂੰ ਪ੍ਰਗਟ ਕਰ ਸਕਦੇ ਹੋ। ਖੁਸ਼ੀਆਂ, ਆਨੰਦ, ਖੇੜਾ, ਪ੍ਰਸੰਨਤਾ, ਚੜ੍ਹਦੀ ਕਲਾ ਤੁਹਾਡੀ ਸੋਚ ਵਿੱਚ ਹੈ। ਜਦੋਂ ਮਰਜ਼ੀ ਆਪਣੀ ਸੋਚ ਨੂੰ ਬਦਲ ਸਕਦੇ ਹੋ, ਜਦੋਂ ਮਰਜ਼ੀ ਸੋਚ ਨੂੰ ਗੁਰਮਤ ਆਸ਼ੇ ਅਨੁਸਾਰ ਬਣਾ ਸਕਦੇ ਹੋ। ਤੇ ਜੇ ਭਾਈ ਕੋਈ ਕਹੇ ਕਿ ਤੀਰਥਾਂ ਤੇ ਨਹਾ ਕੇ ਜਾਂ ਵਰਤਨ ਰਾਤੇ ਸਰਾਧ ਲਾ ਕੇ ਜਾਂ ਵਿਖਾਵੇ ਦੀਆਂ ਸਮਾਧੀਆਂ ਲਾ ਕੇ ਜਾਂ ਪੁੰਨ ਪਾਪ ਵਿਚਾਰ ਕੇ ਆਨੰਦ ਪ੍ਰਾਪਤ ਹੋਣਾ ਹੈ, ਤਾਂ ਫਿਰ ਨਹੀਂ ਹੋਣਾ। ਸਿੱਧੀ ਜੀ ਗੱਲ ਹੈ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ। ਉਹ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੀ ਉਸ ਪ੍ਰਭੂ ਨੂੰ ਪਾ ਲੈਂਦੇ ਨੇ, ਉਸ ਆਨੰਦ ਨੂੰ ਪਾ ਲੈਂਦੇ ਨੇ, ਆਨੰਦ ਨੂੰ ਮਾਣਦੇ ਨੇ, ਉਹ ਰੱਬ ਵਰਗੇ ਹੋ ਜਾਂਦੇ ਹਨ। ਤਾਂ ਇੱਥੇ ਹੀ ਮੈਂ ਖਿਮਾ ਦਾ ਜਾਚਕ ਹਾਂ।
ਅੱਜ ਦੀ ਇਸ 2 ਪੌੜੀਆਂ ਦੀ ਵਿਚਾਰ ਵਿੱਚ ਜਿਨ੍ਹਾਂ ਵੀਰਾਂ ਭੈਣਾਂ ਨੇ ਕੋਈ ਸਵਾਲ ਕਰਨਾ ਹੋਵੇ ਅੱਜ ਦੀ ਇਹਨਾਂ ਪੌੜੀਆਂ ਵਿੱਚੋਂ, ਜਾਂ ਕੋਈ ਆਪਣੇ ਵਿਊਜ਼ ਦੇਣੇ ਹੋਣ, ਤਾਂ ਉਹ ਆਪ ਆਪਣਾ ਵਿਊਜ਼ ਦੇ ਸਕਦੇ ਹੋ। ਹੁਣ ਵੀਰ ਤਰਲੋਚਨ ਸਿੰਘ ਜੀ ਅਗਲੀ ਕਾਰਵਾਈ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟਾਪ ਕਰਤਾ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਅੱਜ ਅਸੀਂ ਜਿਹੜੀਆਂ 28 ਤੇ 29 ਪੌੜੀਆਂ ਜਿਹੜੀਆਂ ਆਨੰਦ ਸਾਹਿਬ ਦੀਆਂ ਦੋਏ ਸੁਣ ਲਈਆਂ ਜੀ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ, ਕੋਈ ਸਵਾਲ ਤੁਸੀਂ ਪੁੱਛਣਾ ਹੋਵੇ ਜਾਂ ਆਪਣੇ ਵਿਚਾਰ ਦੇਣੇ ਹੋਣ, ਤੁਸੀਂ ਅਨਮਿਊਟ ਹੋ ਕੇ ਉਹਨਾਂ ਨੂੰ ਪੁੱਛ ਸਕਦੇ ਆ। ਤੇ ਰਵਿੰਦਰ ਸਿੰਘ ਜੀ, ਤੁਸੀਂ ਕੁਝ ਅਰਲੀਅਰ ਕਹਿੰਦੇ ਸੀਗੇ। ਹਾਂਜੀ, ਤੁਸੀਂ ਆਪਣਾ ਸਵਾਲ ਰੱਖੋ ਜੀ। ਹਾਂਜੀ, ਮੈਂ ਵੈਸੇ ਗਿਆਨੀ ਜੀ ਨੂੰ ਪੁੱਛ ਰਿਹਾ ਸੀ ਕੱਲ, ਜਿੱਦਾਂ ਮੈਂ ਕਹਿੰਦਾ ਸੀ ਨਾ, ਜਦੋਂ ਉਸਲੇ ਥੋੜਾ ਜਿਹਾ ਉੱਚੀ ਬੋਲੋਗੇ? ਮੈਂ ਲਾਗੇ ਕਰਦਾ ਜੀ। ਕੱਲ ਆਪਾਂ ਜਦੋਂ ਸੀਗੇ ਥੋੜਾ ਡਿਸਕਨੈਕਟ ਜਿਹਾ ਹੋ ਗਿਆ ਸੀ ਆਪਣੇ ਕੱਲ ਦੀ ਕਥਾ ਵਿੱਚ। ਹਾਂਜੀ ਹਾਂਜੀ। ਤੇ ਉਸ ਵਕਤ ਤੁਸੀਂ ਗੱਲ ਕਰ ਰਹੇ ਸੀ ਜਿਹੜੀ ਕਿ ਇੱਕ ਤਾਂ ਅਸੀਂ ਆਪਣੇ ਆਪ ਨੂੰ ਸਾਡਾ ਆਪਣਾ ਆਪ ਆਪਣੇ ਨੂੰ ਦੇਖ ਰਿਹਾ। ਹਾਂਜੀ। ਤੇ ਦੂਸਰਾ ਤੁਸੀਂ ਕਹਿੰਦੇ ਕਿ ਸਿਸਟਮ ਵਾਚ ਕਰ ਰਿਹਾ ਸਾਨੂੰ। ਹਾਂਜੀ। ਤੇ ਉਹ ਬਹੁਤ ਇੰਟਰਸਟਿੰਗ ਸੀਗਾ। ਪਰ ਅਨਫੋਰਚੂਨੇਟਲੀ ਉਦੋਂ ਹੀ ਥੋੜਾ ਆਪਣਾ ਕੱਟ ਜਿਹਾ ਹੋ ਗਿਆ ਸੀਗਾ। ਜੇ ਉਹਦੇ ਬਾਰੇ ਥੋੜਾ ਜਿਹਾ ਤੁਸੀਂ ਗੱਲ ਕਰਦੇ ਕਿ ਜਿਹੜਾ ਸਿਸਟਮ ਦੇਖ ਰਿਹਾ ਨਾ ਜੀ। ਹਾਂਜੀ, ਉਹ ਜਿੰਨਾ ਕੁ ਮੈਨੂੰ ਖਿਆਲ ਵਿੱਚ ਆਇਆ ਉਹ ਮੈਂ ਕਰ ਦਿੰਦਾ ਮੈਂ ਬਿਆਨ। ਇੱਕ ਤਾਂ ਅਸੀਂ ਮੰਨ ਲਓ ਤੁਸੀਂ ਹੋ ਹੁਣ ਮੇਰੇ ਸਾਹਮਣੇ ਵੀਰ ਅਰਵਿੰਦਰ ਸਿੰਘ ਜੀ, ਹਨਾ, ਤੇ ਤੁਸੀਂ ਗੈਰ ਹਾਜ਼ਰ ਹੋ ਤੇ ਮੈਂ ਤੁਹਾਡੀ ਕੋਈ ਚੀਜ਼ ਚੋਰੀ ਚੁੱਕ ਲਈ, ਕਿਉਂਕਿ ਤੁਹਾਡੀ ਗੈਰ ਹਾਜ਼ਰੀ ਵਿੱਚ ਚੋਰੀ ਹੋਏਗੀ। ਤੁਹਾਨੂੰ ਤਾਂ ਨਹੀਂ ਪਤਾ ਲੱਗਾ, ਪਰ ਮੇਰਾ ਆਪਣਾ ਆਪਾ ਮੈਨੂੰ ਵੇਖ ਰਿਹਾ ਹੈ ਕਿ ਮੈਂ ਚੋਰੀ ਕਰ ਰਿਹਾ ਹਾਂ। ਮੈਂ ਆਪਣੇ ਆਪੇ ਤੋਂ ਛੁਪਾ ਨਹੀਂ ਸਕਦਾ। ਤੇ ਉਹ ਮੇਰਾ ਆਪਣਾ ਆਪਾ ਹੀ ਰੱਬ ਹੈ ਅੰਦਰ, ਮੇਰੇ ਮਨ ਤੋਂ ਜੋਤ ਸਰੂਪ ਹੈ, ਉਹਦੇ ਤੋਂ ਮੈਂ ਕਿਵੇਂ ਛੁਪਾਵਾਂਗਾ? ਇਟ ਮੀਨਸ ਕਿ ਅਸੀਂ ਕੋਈ ਵੀ ਆਪਣਾ ਪਾਪ ਅਪਰਾਧ ਰੱਬ ਤੋਂ ਜਾਂ ਆਪਣੇ ਆਪੇ ਤੋਂ ਛੁਪਾ ਨਹੀਂ ਸਕਦੇ। ਠੀਕ ਹੈ। ਦੂਜੀ ਗੱਲ ਹੈ ਕਿ ਸਿਸਟਮ ਜਿਹੜਾ ਰੱਬ ਦਾ ਉਹ ਮੈਨੂੰ ਵਾਚ ਰਿਹਾ ਹੈ, ਕਿਉਂਕਿ ਸਿਸਟਮ ਦੇ ਵਿੱਚ ਇਹ ਹੈ ਕਿ ਜਦੋਂ ਮੈਂ ਚੋਰੀ ਕਰਦਾ ਵਾਂ ਜਾਂ ਮੈਂ ਝੂਠ ਬੋਲਦਾ ਵਾਂ ਜਾਂ ਮੈਂ ਅਪਰਾਧ ਕਰਦਾ ਵਾਂ, ਤਾਂ ਉਸ ਸਮੇਂ ਮੇਰੀ ਅੰਦਰਲੀ ਹਾਲਾਤ ਵੀ ਉਸੇ ਟਾਈਮ ਦੀ ਉਸੇ ਕਿਸਮ ਦੀ ਹੋ ਜਾਂਦੀ ਹੈ, ਔਰ ਮੈਨੂੰ ਉਹਦਾ ਫਲ ਨਾਲ ਦੇ ਨਾਲ ਮਿਲ ਜਾਂਦਾ ਹੈ। ਮੇਰੇ ਅੰਦਰ ਡਰ ਪੈਦਾ ਹੋ ਜਾਏਗਾ ਕਿ ਯਾਰ ਜੇ ਵੀਰ ਅਰਵਿੰਦਰ ਸਿੰਘ ਨੂੰ ਪਤਾ ਲੱਗ ਗਿਆ ਤੇ ਫਿਰ ਕੀ ਹੋਏਗਾ, ਮੇਰੀ ਇੱਜ਼ਤ ਜਾਂਦੀ ਰਹੇਗੀ, ਕਿੰਨਾ ਪਿਆਰ ਬਣਿਆ ਹੈ। ਤਾਂ ਮੇਰੇ ਅੰਦਰ ਡਰ ਪੈਦਾ ਹੋ ਗਿਆ। ਉਹਨੂੰ ਕਹਿੰਦੇ ਨੇ ਰੱਬ ਦਾ ਭਾਣਾ ਜਾਂ ਸਿਸਟਮ, ਕਿ ਉਸ ਸਿਸਟਮ ਦੇ ਅੰਦਰ ਮੇਰੇ ਅੰਦਰ ਡਰ ਪੈਦਾ ਹੋ ਗਿਆ, ਤਾਂ ਡਰ ਸਾਰੀ ਜ਼ਿੰਦਗੀ ਰਹੇਗਾ, ਮਾਨਸਿਕ ਤੌਰ ਤੇ ਮੈਨੂੰ ਪਰੇਸ਼ਾਨ ਕਰਦਾ ਰਹੇ। ਤੇ ਮੰਨ ਲਓ ਤੁਸੀਂ ਕਿਤੇ ਗੈਰ ਹਾਜ਼ਰ ਹੋ, ਤੁਹਾਡਾ ਕੋਈ ਨੁਕਸਾਨ ਹੋਣ ਲੱਗਾ ਤੇ ਮੈਂ ਤੁਹਾਡੇ ਨੁਕਸਾਨ ਨੂੰ ਤੁਹਾਡੀ ਗੈਰ ਹਾਜ਼ਰੀ ਵਿੱਚ ਵੀ ਬਚਾ ਦਿੱਤਾ, ਤਾਂ ਇੱਕ ਤਾਂ ਮੇਰਾ ਆਪਣਾ ਆਪਾ ਵੇਖ ਰਿਹਾ, ਮੈਨੂੰ ਖੁਸ਼ੀ ਮਿਲੇਗੀ ਕਿ ਮੈਂ ਆਪਣੇ ਵੀਰ ਭਰਾ ਦਾ ਨੁਕਸਾਨ ਹੋਣ ਤੋਂ ਬਚਾਇਆ। ਦੂਜਾ, ਮੈਨੂੰ ਸਿਸਟਮ ਜਿਹੜਾ ਵਾਚ ਰਿਹਾ, ਰੱਬ ਦਾ ਭਾਣਾ, ਰਜਾ ਜਾਂ ਕੁਦਰਤ ਦੇ ਨੇਮ, ਉਹ ਨੇਮ ਇਹ ਹੈ ਕਿ ਜਦੋਂ ਮੈਂ ਕਿਸੇ ਦਾ ਭਲਾ ਕਰਨਾ ਤਾਂ ਨਿਯਮ ਦੇ ਅੰਦਰ ਮੇਰੇ ਅੰਦਰ ਖੁਸ਼ੀ ਪੈਦਾ ਹੋ ਜਾਂਦੀ, ਮੈਨੂੰ ਚੰਗਾ ਲੱਗਦਾ ਹੈ। ਤੇ ਉਹ ਨਿਯਮ ਦੇ ਅੰਦਰ ਮੇਰੇ ਅੰਦਰ ਖੁਸ਼ੀ ਪੈਦਾ ਹੋ ਜਾਂਦੀ ਹੈ ਔਰ ਮੈਨੂੰ ਉਹ ਚੰਗਾ ਲੱਗਦਾ ਹੈ। ਇਸ ਤਰ੍ਹਾਂ ਹਰ ਬੰਦੇ ਨੂੰ ਨੇਮ ਜਿਹੜੇ ਕੁਦਰਤ ਦੇ ਵਾਚ ਰਹੇ ਨੇ। ਜਦੋਂ ਅਸੀਂ ਮੰਨ ਲਓ ਸਪੋਜ਼ ਹੁਣ ਮੈਂ ਤੁਹਾਡੇ ਨਾਲ ਈਰਖਾ ਕਰਨਾ, ਤਾਂ ਤੁਹਾਨੂੰ ਤੇ ਪਤਾ ਵੀ ਨਹੀਂ, ਪਰ ਉਸ ਨਿਯਮ ਦੇ ਅੰਦਰ ਮੇਰੇ ਅੰਦਰ ਜਲਨ ਪੈਦਾ ਹੋ ਗਈ, ਮੇਰੀਆਂ ਖੁਸ਼ੀਆਂ ਖਤਮ ਹੋ ਗਈਆਂ। ਤੇ ਜੇ ਮੈਂ ਤੁਹਾਡੇ ਨਾਲ ਹੁਣ ਪ੍ਰੇਮ ਕਰ ਰਿਹਾ, ਤੁਹਾਡੇ ਵੀਰਾਂ ਭਰਾਵਾਂ ਨਾਲ, ਤਾਂ ਤੁਹਾਨੂੰ ਤੇ ਪਤਾ ਵੀ ਨਹੀਂ, ਪਰ ਮੇਰੇ ਅੰਦਰ ਨਿਯਮ ਅਨੁਸਾਰ ਖੁਸ਼ੀ ਪੈਦਾ ਹੋ ਗਈ। ਤਾਂ ਇਸ ਤਰ੍ਹਾਂ ਇਹ ਨਿਯਮ ਜਿਹੜਾ ਹੈ ਹਰ ਥਾਂ ਤੇ ਹਰ ਇਨਸਾਨ ਨੂੰ ਵਾਚਦਾ ਪਿਆ, ਤੇ ਉਹਦੀ ਸੋਚ ਮੁਤਾਬਕ ਉਹਨੂੰ ਖੁਸ਼ੀ ਜਾਂ ਦੁੱਖ ਮਿਲ ਰਿਹਾ। ਐਵੇਂ ਸੀ। ਇਹ ਫਿਰ ਉਦਾਂ ਹੋਗਾ ਜਦੋਂ ਤੁਸੀਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਿੱਦਾਂ ਆਦਮੀ ਸੋਚਦਾ ਰਹਿੰਦਾ, ਜਿੱਦਾਂ ਉਹਦੀ ਸੋਚ ਬਣੀ ਰਹਿੰਦੀ ਆ, ਬੰਦਾ ਵੀ ਉਦਾਂ ਦਾ ਹੋ ਜਾਂਦਾ ਵੈਸੇ ਉਦਾਂ ਦਾ ਦੇ ਹਿਸਾਬ ਨਾਲ ਹੀ ਨਾ। ਹਾਂਜੀ। ਤੇ ਜੇ ਅਸੀਂ ਚੰਗਾ ਸੋਚਾਂਗੇ ਤਾਂ ਸਾਨੂੰ ਅੰਦਰ ਫੀਲਿੰਗਸ ਵੀ ਚੰਗੀਆਂ ਆਉਣਗੀਆਂ, ਅਸੀਂ ਚੰਗੇ ਹੋ ਜਾਵਾਂਗੇ। ਜੇ ਸਾਡੇ ਵਿਚਾਰ ਨੈਗੇਟਿਵ ਹੋਣਗੇ ਤਾਂ ਸਾਡੇ ਅੰਦਰ ਨੈਗੇਟਿਵਿਟੀ ਵਾਲੀਆਂ ਫੀਲਿੰਗਸ ਹੋਣਗੀਆਂ, ਇਮੋਸ਼ਨਸ ਹੋਣਗੇ, ਅਸੀਂ ਉਸੇ ਤਰ੍ਹਾਂ ਦੇ ਹੋ ਜਾਵਾਂਗੇ। ਅਸੀਂ ਇਹਨਾਂ ਕਰ ਸਕਦੇ ਹਾਂ, ਸਿਚੁਏਸ਼ਨ ਨੂੰ ਕਈ ਵਾਰ ਅਸੀਂ ਬਦਲ ਸਕਦੇ, ਪਰ ਅਸੀਂ ਉਸ ਸਿਚੁਏਸ਼ਨ ਦੇ ਅੰਦਰ ਕਿਵੇਂ ਐਡਜਸਟ ਹੋਣਾ ਹੈ ਜਾਂ ਉੱਥੇ ਅਸੀਂ ਖੁਸ਼ ਕਿਵੇਂ ਰਹਿਣਾ ਹੈ, ਉਹ ਅਸੀਂ ਕਰ ਸਕਦੇ। ਉਹਨੂੰ ਕਹਿੰਦੇ ਨੇ ਪੋਜ਼ਿਟਿਵ ਸੋਚਣਾ। ਪੋਜ਼ਿਟਿਵ ਦਾ ਮਤਲਬ ਕਮਲ ਕੁੱਟਣਾ ਨਹੀਂ ਹੁੰਦਾ। ਪੋਜ਼ਿਟਿਵ ਦਾ ਮਤਲਬ ਹੁੰਦਾ ਕਿ ਮਾੜੀ ਤੋਂ ਮਾੜੀ ਸਿਚੁਏਸ਼ਨ ਵਿੱਚ ਮੈਂ ਚੰਗੇ ਤੋਂ ਚੰਗਾ ਕੀ ਸੋਚ ਸਕਣਾ ਔਰ ਚੰਗੇ ਤੋਂ ਚੰਗਾ ਕੀ ਕਰ ਸਕਦਾ। ਫਾਰ ਐਗਜ਼ਾਮਪਲ, ਸਾਡੇ 4 ਚੁਫੇਰੇ ਰੂੜੀਆਂ ਪਈਆਂ ਨੇ, ਪਿੰਡ ਵਾਲਿਆਂ ਨੇ ਖਿਲਾਰੀਆਂ ਨੇ, ਤਾਂ ਹੁਣ ਰੂੜੀਆਂ ਤੇ ਮੈਂ ਚੁਕਾ ਨਹੀਂ ਸਕਦਾ ਜਾਂ ਕੱਲਾ ਚੁੱਕ ਨਹੀਂ ਸਕਦਾ, ਇਹ ਮੰਨ ਲਓ ਮੇਰੀ ਮਜਬੂਰੀ ਹੈ।
ਮੈਂ ਇਸ ਸਿਚੁਏਸ਼ਨ ਨੂੰ ਨਹੀਂ ਬਦਲ ਸਕਦਾ, ਪਰ ਮੈਂ ਇੰਨਾ ਕਰ ਸਕਣਾ ਕਿ ਕਿਤੋਂ ਗੁਲਾਬ ਦੀਆਂ ਕਲਮਾਂ ਕੱਟ ਕੇ ਤੇ ਉਹਨਾਂ ਰੂੜੀਆਂ ਦੇ ਵਿੱਚ ਥਾਂ ਥਾਂ ਤੇ ਗੁਲਾਬ ਦੀਆਂ ਕਲਮਾਂ ਲਾ ਦੇਵਾਂ ਤਾਂ ਉੱਥੇ ਗੁਲਾਬ ਦੇ ਫੁੱਲ ਪੈਦਾ ਹੋ ਸਕਣ। ਧੰਨਵਾਦ। ਇੱਕ ਥੋੜਾ ਜਿਹਾ ਸੌਰੀ ਮੈਂ ਇੱਕੋ ਥੋੜਾ ਹੋਰ ਹਾਂ ਕੋਈ ਨਹੀਂ, ਜਿੰਨਾ ਚਲੋ ਆਪਾਂ ਜਿਹੜੀ ਗੱਲ ਕੀਤੀ ਨਾ ਕਿ ਅੱਜ ਨਾਲ ਪੜਿਆ ਕਿ ਜੈਸੀ ਅਗਨ ਉਧਰ ਮੈਂ, ਕਈ ਦਫਾ ਅਸੀਂ ਸੁਣਿਆ ਕਿ ਜਦੋਂ ਦਾ ਪੇਟ ਮਾਤਾ ਦੇ ਪੇਟ ਬੈਠਾ ਸੀ ਤੇ ਅਰਦਾਸ ਕਰ ਰਿਹਾ ਸੀ ਕਿ ਮੈਂ ਕੱਢੋ ਕਿ ਜਦੋਂ ਕੋਈ ਇਨਸਾਨ ਸੀਗਾ ਆਪਣੇ ਮਾਂ ਦੇ ਪੇਟ ਵਿੱਚ ਸੀ ਉਦੋਂ ਅਰਦਾਸਾਂ ਕਰ ਰਿਹਾ ਸੀ ਕਿ ਮੈਨੂੰ ਇੱਥੋਂ ਕੱਢੋ, ਇੱਥੋਂ ਕਿਸੇ ਤਰ੍ਹਾਂ ਤੰਗ ਹੋ ਰਿਹਾ ਸੀ। ਜਾਨੀ ਇਹ ਸਿਸਟਮ ਤਾਂ ਨਹੀਂ ਨਾ ਹੋਇਆ, ਫਿਰ ਸਿਸਟਮ ਤਾਂ ਹੈਗਾ ਕਿ ਤੁਸੀਂ ਇਦਾਂ ਹੀ ਸਾਡੇ ਬਾਬਿਆਂ ਦੀਆਂ ਬਣਾਈਆਂ ਗੱਲਾਂ ਨੇ। ਮੰਨ ਲਓ ਸਪੋਜ਼ ਇਸ ਚੀਜ਼ ਨੂੰ ਮੰਨ ਲਿਆ ਜਾਏ, ਬੱਚਾ ਜਦੋਂ 4 ਦਾ ਹੁੰਦਾ ਉਹ ਦਿਮਾਗ ਕੰਮ ਕਰਨਾ ਸ਼ੁਰੂ ਹੋ ਜਾਂਦਾ। ਜੇ ਉਹ ਕਰ ਰਿਹਾ ਸੀ ਕਿ ਇਹਨੂੰ ਇੱਥੋਂ ਕੱਢ ਤੇ ਉਹਦੀ ਗੱਲ ਨੂੰ ਮੰਨ ਕੇ 3 ਮਹੀਨੇ ਬੱਚੇ ਨੂੰ ਬਾਹਰ ਜਨਮ ਦੇ ਦਿੰਦਾ, ਉਹਦਾ ਬਣਨਾ ਕੀ? ਠੀਕ ਪਹਿਲੀ ਗੱਲ। ਤੇ ਜੇ ਬੱਚਾ ਉੱਥੇ ਦੁਖੀ ਹੁੰਦਾ ਤੇ ਦੇਖੋ ਕਿੰਨਾ ਕੋਮਲ ਚੀਜ਼ ਹੁੰਦੀ ਕਿ ਸਾਡਾ ਕਿੰਨਾ ਵੱਡਾ ਦਿਮਾਗ ਹੈ, ਵਿੱਚ 1500 ਕਰੋੜ ਕੰਪਿਊਟਰ ਦੀ ਮੈਮਰੀ ਦੇ ਅੰਦਰ ਹੈ, ਔਰ ਕਿੰਨਾ ਵੱਡਾ ਵਿਕਾਸ ਉਸ ਦਿਮਾਗ ਦਾ ਹੋਣਾ ਹੈ। ਏਡੀਆਂ ਵੱਡੀਆਂ ਖੋਜਾਂ ਕੀਤੀਆਂ ਨੇ। ਤੇ ਜੇ ਉਹ ਬੰਦਾ ਇੰਨਾ ਪਰੇਸ਼ਾਨ ਦੁਖੀ ਹੁੰਦਾ ਤਾਂ ਉਹਨੇ ਤੰਦਰੁਸਤ ਜੰਮਣਾ ਹੀ ਨਹੀਂ ਸੀ। ਤਾਂ ਜਿਹੜੇ ਡਾਕਟਰ ਨੇ ਨਾ, ਜਿਹੜੇ ਮਤਲਬ ਬੀਬੀਆਂ ਨੇ ਜਿਹੜੀਆਂ ਜਾਂ ਡਾਕਟਰ ਜਿਹੜੇ ਨੇ ਬੱਚਿਆਂ ਦੇ ਸਪੈਸ਼ਲਿਸਟ ਨੇ, ਉਹ ਸਾਨੂੰ ਇਹ ਚੀਜ਼ ਦੱਸਦੇ ਨੇ ਕਿ ਜਿੰਨਾ ਖੁਸ਼ ਪ੍ਰਸੰਨ ਔਰ ਸੁਖ ਬੱਚੇ ਨੂੰ ਮਾਂ ਦੇ ਪੇਟ ਵਿੱਚ ਹੁੰਦਾ ਹੈ, ਓਨਾ ਸੁਖੀ ਉਹ ਕਦੇ ਵੀ ਨਹੀਂ ਹੁੰਦਾ। ਇਸ ਲਈ ਮਾਤ ਕਰਮ ਮੈਂ ਆਪ ਸਿਮਰਨ ਦੇ ਕਈ ਵਾਰ ਅਸੀਂ ਕਹਿੰਦੇ ਸਾਡੇ ਬਾਬੇ ਕਹਿੰਦੇ ਜੋ ਤੁਸੀਂ ਸਿਮਰਨ ਕਰਦਾ ਸੀ, ਪੁੱਠਾ ਲਟਕਿਆ, ਇਹ ਕਰਦਾ ਸੀ, ਉਹ ਕਰਦਾ ਸੀ। ਦੇਖੋ ਬੱਚਾ 2-2.5 ਸਾਲ ਦਾ ਹੋ ਕੇ ਬੋਲਣਾ ਸਿੱਖਦਾ। ਸਿਮਰਨ ਉਹਨੇ ਕਿੱਥੇ ਕਰਨਾ ਸੀ? ਮਤਲਬ ਸਿਮਰਨ ਆਪਨ ਸਿਮਰਨ ਦੇ ਦਾ ਮਤਲਬ ਹੈਗਾ ਆਪਨ ਦਾ ਮਤਲਬ ਵੀ ਤੂੰ ਆਪਣੀ ਯਾਦ ਵਿੱਚ ਸਾਨੂੰ ਰੱਖਿਆ। ਜਿਵੇਂ ਹੁਣ ਮੈਂ ਤੁਹਾਨੂੰ ਕਹਿਣਾ ਵੀ ਵੀਰ ਜੀ ਧੰਨਵਾਦ, ਤੁਸੀਂ ਮੈਨੂੰ ਯਾਦ ਰੱਖਿਆ, ਤੁਸੀਂ ਸਿਮਰਨ ਵਿੱਚ ਰੱਖਿਆ, ਆਪਣੀ ਯਾਦ ਵਿੱਚ ਮੈਨੂੰ ਰੱਖਿਆ, ਮੇਰੀ ਦੁੱਖ ਸੁੱਖ ਨੂੰ ਯਾਦ ਵਿੱਚ ਰੱਖਿਆ। ਤਾਂ ਰੱਬ ਨੇ ਸਾਨੂੰ ਆਪਣਾ ਸਿਮਰਨ ਦਿੱਤਾ, ਆਪਣੀ ਯਾਦ ਮਤਲਬ ਆਪਣੇ ਸਿਸਟਮ ਦੇ ਵਿੱਚ ਰੱਖਿਆ। ਰੱਬ ਦੇ ਸਿਸਟਮ ਵਿੱਚ ਅਸੀਂ ਰਹੇ। ਤਹਿ ਤੁਮ ਰਾਖਨ ਹਾਰੇ, ਉੱਥੇ ਤੇਰਾ ਉਹ ਜੋ ਯਾਦ ਸੀ ਨਾ, ਜਿਹੜਾ ਤੇਰੀ ਸਿਮਰਨ ਤੇਰਾ ਹੁਕਮ ਸਿਸਟਮ ਸੀ, ਉਸ ਸਿਸਟਮ ਦੇ ਅੰਦਰ ਤੂੰ ਸਾਡੀ ਪਾਲਣਾ ਕਰ ਰਿਹਾ ਸੀ। ਪਾਵਕ ਸਾਗਰ ਅਥਾਹ ਲਹਿਰ ਮੈਂ, ਇੱਥੇ ਵੀ ਸਾਨੂੰ ਆਪਣੇ ਸਿਸਟਮ ਦੇ ਅੰਦਰ ਰੱਖ ਕੇ ਬਚਾਓ। ਇੱਥੇ ਵੀ ਅਸੀਂ ਵਿਕਾਰਾਂ ਦੀ ਤੂੰ ਦੇ ਸਿਸਟਮ ਰਾਹੀਂ ਬਚ ਸਕਦੇ ਹਾਂ, ਕਾਮ ਕ੍ਰੋਧ ਨੂੰ ਸਹੀ ਯੂਜ਼ ਕਰਕੇ ਬਚ ਸਕਦੇ ਹਾਂ। ਉਹਦਾ ਮੀਨਿੰਗ ਇਹ ਸੀ। ਅੱਛਾ, ਜੇ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਤਾਂ ਮੈਨੂੰ ਐਵੇਂ ਸਮਝ ਆਉਂਦੀ। ਠੀਕ ਹੈ ਬ੍ਰਦਰ, ਥੈਂਕ ਯੂ ਜੀ। ਧੰਨਵਾਦ ਜੀ ਅਰਵਿੰਦਰ ਸਿੰਘ, ਤੁਹਾਡੇ ਕੁਐਸਚਨ ਦਾ ਵੀ ਧੰਨਵਾਦ ਤੇ ਗਿਆਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਨਾਲ ਗੱਲਬਾਤ ਕੀਤੀ ਆ, ਤੁਹਾਨੂੰ ਆ ਗਈ ਸਮਝ। ਹੋਰ ਕਿਸੇ ਨੇ ਕੋਈ ਗੱਲਬਾਤ ਪੁੱਛਣੀ ਹੋਵੇ ਤੁਸੀਂ ਅਨਮਿਊਟ ਹੋ ਜਾਓ ਜੀ। ਤੇ ਮੈਂ 1-2 ਬੇਨਤੀਆਂ, ਜਸਮੀਰ ਕੌਰ ਜੀ USA ਤੋਂ ਅੱਜ ਪਹਿਲੀ ਵਾਰ ਸਾਡੇ ਨਾਲ ਸ਼ਾਮਲ ਹੋਏ, ਵੈਲਕਮ ਜੀ। ਉਹਨਾਂ ਨੂੰ ਪਹਿਲਾਂ ਗੱਲਬਾਤ ਹੋਈ ਸੀਗੀ। ਤੇ ਇੱਕ ਸੀਗਾ ਗੁਰਚਰਨ ਕੌਰ ਸੋਖੀ, ਉਹ ਵੀ ਅੱਜ ਮੈਂ ਪਹਿਲੀ ਵਾਰ ਦੇਖਿਆ ਜੀ, ਉਹਨਾਂ ਨੂੰ ਵੀ ਵੈਲਕਮ। ਤੇ ਹੋਰ ਵੀ ਜਿੰਨੇ ਇੱਕ ਹੋਰ ਵੀ ਆਏ ਹੈਗੇ ਸਾਡੇ ਨਾਲ, ਉਹਨਾਂ ਨੂੰ ਵੀ ਵੈਲਕਮ। ਤੇ ਇੱਕ ਭੈਣ ਰਿਸ਼ਪਾਲ ਕੌਰ ਨੇ ਅੱਜ ਦੱਸਿਆ ਸੀਗਾ ਕਿ ਆਪਣੇ ਪਾਲ ਢੇਸੀ ਦੀ ਅਕਾਲ ਚਲਾਣਾ ਕਰ ਗਿਆ। ਸਾਡੇ ਸਾਰੀ ਕਲਾਸ ਵੱਲੋਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਅਫਸੋਸ। ਤੇ ਹੋਰ ਇਸ ਵੇਲੇ ਕੋਈ ਅਨਮਿਊਟ ਨਹੀਂ ਜੀ, ਇਹਦਾ ਮਤਲਬ ਇੱਥੇ ਸਮਾਪਤੀ ਕਰ ਦਿੰਦੇ ਜੀ। ਕੱਲ ਨੂੰ ਆਪਾਂ 2 ਵਜੇ ਫੇਰ ਮਿਲਾਂਗੇ ਸਾਰੇ ਜਣੇ। ਤੋ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ